ਵੈਲਕਮ ਬੈਕ ਐਸ ਪ੍ਰੋਮਿਸਡ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿੰਨੀਆਂ ਵੀ ਔਰਤਾਂ ਹੈ ਮੈਂ ਉਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕਰਾਂਗੀ ਔਰ ਉਹਨਾਂ ਨੂੰ ਆਪਣੀ ਆਡੀਅנס ਦੇ ਸਾਹਮਣੇ ਲੈ ਕੇ ਆਵਾਂਗੀ। ਸੋ ਸ਼ੁਰੂਆਤ ਕਰ ਰਹੇ ਹਾਂ ਬੱਸੀ ਪਠਾਣਾ। ਫਤਿਹਗੜ੍ਹ ਸਾਹਿਬ ਦੇ ਨੇੜੇ ਏਰੀਆ ਹੈ। ਬੱਸੀ ਪਠਾਣਾ ਕਿਹਾ ਜਾਂਦਾ ਹੈ ਕਿ ਪਠਾਨਾਂ ਨੇ ਵਸਾਇਆ 1540 ਦੇ ਦੌਰਾਨ। ਇੱਕ ਬਹੁਤ ਪੁਰਾਣਾ ਸ਼ਹਿਰ ਹੈ, ਫਤਿਹਗੜ੍ਹ ਸਾਹਿਬ ਦੇ ਬਹੁਤ ਨੇੜੇ ਹੈ। ਉੱਥੋਂ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਡਾਕਟਰ ਅਮਨਦੀਪ ਕੌਰ ਟੋਲੇਵਾਲ ਯੰਗ ਵਾਈਬ੍ਰੈਂਟ ਪੜ੍ਹੇ ਲਿਖੇ ਜਾਂ ਜਿੱਦਾਂ ਦੇ ਇੱਕ ਤਰ੍ਹਾਂ ਆਪਾਂ ਕਹਿ ਲਈਏ ਆਪਾਂ ਚਾਹੁੰਦੇ ਹਾਂ ਕਿ ਲੀਡਰ ਹੋਣ, ਉਹ ਲੀਡਰ ਸੰਯੁਕਤ ਸਮਾਜ ਮੋਰਚਾ ਵੱਲੋਂ ਇੱਕ ਔਰਤ ਨਿਕਲੇ ਆ। ਖੈਰ ਲੀਡਰ ਦਾ ਫਰਕ ਔਰਤ ਔਰ ਮਰਦ ਹੋਣਾ ਨਹੀਂ ਚਾਹੀਦਾ, ਲੀਡਰ ਵਧੀਆ ਹੋਣਾ ਚਾਹੀਦਾ, ਬਟ ਆਪਾਂ ਨੂੰ ਇਸ ਮੁੱਦੇ ਨੂੰ ਐਡਰੈਸ ਕਰਨਾ ਪਏਗਾ ਕਿ ਔਰਤਾਂ ਦੀ ਪ੍ਰਤੀਨਿਧਤਾ ਰਾਜਨੀਤੀ ਦੇ ਵਿੱਚ ਬਹੁਤ ਮਾਇਨਰ ਹੈ ਔਰ ਅਸੀਂ 50% ਵੋਟਰਸ ਹਾਂ ਪੰਜਾਬ ਦੀਆਂ। ਜਿੱਥੇ ਅੱਜ ਸਾਨੂੰ 1000 ਰੁਪਇਆ 2000 ਰੁਪਏ ਦੇ ਕੇ ਖਰੀਦਣ ਦੀ ਕੋਸ਼ਿਸ਼ ਹੈ, ਇਹੀ ਮੁੱਦੇ ਨੂੰ ਔਰਤਾਂ ਦੇ ਇਸ਼ੂਜ਼ ਨੂੰ ਕੰਟੀਨਿਊ ਕਰਾਂਗੇ ਬੱਸੀ ਪਠਾਣਾ ਦੇ ਐਮਐਲਏ ਕੈਂਡੀਡੇਟ ਡਾਕਟਰ ਅਮਨਦੀਪ ਕੌਰ ਟੋਲੇਵਾਲ ਨਾਲ, ਜਿਨ੍ਹਾਂ ਦੇ ਨਾਲ ਇੱਕ ਪਾਸੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਭਰਾ ਆਜ਼ਾਦ ਉਮੀਦਵਾਰ ਨੇ ਔਰ ਦੂਸਰੇ ਪਾਸੇ ਕਾਂਗਰਸ ਦੇ ਜੀਪੀ ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰਪ੍ਰੀਤ ਸਿੰਘ, ਉਹ ਕੈਂਡੀਡੇਟ ਨੇ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਇਹਨਾਂ ਦੇ ਸਾਹਮਣੇ ਹੈ। ਕੱਲੀ ਔਰਤ, ਲੈਟਸ ਸੀ ਹਾਊ ਸ਼ੀ ਟੈਕਲਸ। ਥੈਂਕ ਯੂ ਸੋ ਮਚ ਫॉर द टाइम। थैंक यू मैम। आई अंडरस्टैंड ਤੁਸੀਂ ਬਹੁਤ ਬਿਜ਼ੀ ਸੀ, ਆਈ ਸੋ। नहीं एक्चुअली बिजी ਅਸੀਂ ਥੋੜਾ ਲੇਟ ਚੱਲ ਰਿਹਾ। ਬਾਕੀ ਜਿਹੜੀਆਂ ਰਿਵਾਇਤੀ ਪਾਰਟੀਆਂ ਉਹਨਾਂ ਕੋਲ ਆਲਰੇਡੀ ਇਨਫਰਾਸਟ੍ਰਕਚਰ ਵੀ ਹੈ, ਸਿੰਬਲ ਵਗੈਰਾ ਵੀ ਹੈ। ਸਾਡੀ ਪਾਰਟੀ ਥੋੜਾ ਟਾਈਮ ਸ਼ਾਰਟ ਚੱਲ ਰਹੀ ਹੈ, ਤਾਂ ਕਰਕੇ ਥੋੜਾ ਬਹੁਤ ਲੇਟ ਡਿਸੀਜਨ ਲਿਆ ਤੁਸੀਂ। ਕਿਸਾਨ ਅੰਦੋਲਨ 'ਚ ਤੁਹਾਡੀ ਸ਼ਮੂਲੀਅਤ ਸੀ ਜੀ। ਐਕਚੁਅਲੀ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਫਸਟ ਡੇ ਜਦੋਂ ਨਾਕੇ ਤੋੜੇ ਸਾਰੇ ਇਥੋਂ ਪੂਰੇ ਐਨਰਜੈਟਿਕ ਹੋ ਕੇ ਨੌਜਵਾਨ ਸਾਰੇ ਗਏ ਹੈ, ਉਦੋਂ ਮੇਰੀ ਪੂਰੀ ਮੈਂ ਨਹੀਂ ਸੀ, ਮਤਲਬ ਮੇਰੀ ਬ੍ਰਦਰ ਸਾਰੇ ਉਹਨਾਂ ਨੇ ਉਹ ਤੋੜੇ ਨਾਕੇ ਤੇ ਉਹ ਉਦੋਂ ਹੀ ਫੀਲ ਇੱਕ ਆ ਗਈ ਸੀ ਕਿ ਦਿਸ ਇਜ਼ ਨਾਓ ਇੱਕ ਲੜਾਈ ਹੈ ਜੋ ਇੱਕ ਸਾਨੂੰ ਯੂਨੀਅਨ ਗਵਰਨਮੈਂਟ ਦੇ ਨਾਲ ਵੀ ਹੈਵ ਟੂ ਫਾਈਟ। ਤਾਂ ਇੱਕ ਥਾਟ ਪ੍ਰੋਸੈਸ ਉਹ ਫੈਮਿਲੀ ਦੇ ਵਿੱਚ ਪਹਿਲਾਂ ਤੋਂ ਗੱਲਾਂ ਹੋ ਰਹੀਆਂ ਸੀ, ਕਿੰਨੀ ਦੇਰ ਤੋਂ ਪੰਜਾਬ ਦੇ ਵਿੱਚ ਉਦੋਂ ਮੋਰਚੇ ਲੱਗ ਰਹੇ ਸੀ, ਤਾਂ ਪਤਾ ਚੱਲ ਗਿਆ ਸੀ ਕਿ ਇੱਕ ਫਾਈਟ ਹੈ ਜੋ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਹੈ, ਸੰਯੁਕਤ ਸਮਾਜ ਨੇ ਲੜਨੀ ਹੈ, ਇਕੱਲੀ ਫਾਰਮਰਸ ਦੀ ਨਹੀਂ ਹੈ, ਇਹ ਆਮ ਲੋਕਾਂ ਦੀ ਲੜਾਈ ਸੀ ਉਹਦੇ ਵਿੱਚ। ਕਿਉਂਕਿ ਫਾਰਮਰ ਜੇ ਇਫੈਕਟ ਹੁੰਦਾ ਹੈ ਉਹਦੇ ਨਾਲ ਬਿਜ਼ਨਸਮੈਨ ਵੀ ਇਫੈਕਟ ਹੁੰਦਾ ਹੈ, ਵਪਾਰੀ ਵੀ, ਔਰ ਜਿਨ੍ਹਾਂ ਨੇ ਬਾਏ ਕਰਨੀ ਹੈ ਚੀਜ਼ ਉਹ ਵੀ ਇਫੈਕਟ ਹੁੰਦਾ ਹੈ। ਤਾਂ ਇੱਕ ਸੰਯੁਕਤ ਮੋਰਚਾ ਉੱਥੇ ਲੜਿਆ ਔਰ ਹੁਣ ਇਹ ਸੰਯੁਕਤ ਸਮਾਜ ਇਕੱਠਾ ਹੋ ਕੇ ਸਾਰੇ ਵਰਗ ਇਹ ਹੁਣ ਲੜਨਗੇ। ਉਹਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਤੁਸੀਂ ਦੇਖ ਰਹੇ ਹੋ, ਪਰ ਫਿਰ ਵੀ ਬਹੁਤ ਘੱਟ ਹੈ। ਇਹ ਮੇਰੀ ਸ਼ਿਕਾਇਤ ਹੈ ਤੁਹਾਡੇ ਨਾਲ, ਤੁਸੀਂ ਨਵੀਂ ਪਾਰਟੀ ਹੈ, ਚੇਂਜ ਵਾਲੀ ਪਾਰਟੀ ਹੈ, ਸਿਰਫ 4 ਔਰਤਾਂ। ਨਹੀਂ ਮਨਵੀਰ, ਇਹਦਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੇ ਪਾਰਟੀ ਦਾ ਇਹਦੇ ਵਿੱਚ ਕੋਈ ਮਤਲਬ ਨਾਰਾਜ਼ ਹੋਣ ਵਾਲੀ ਗੱਲ ਨਹੀਂ ਹੈ, ਕਿਉਂਕਿ ਇਹ ਇੱਕ ਸਾਡਾ ਸੋਸ਼ਲ ਸੈਟਅਪ ਸਾਡੀ ਸੁਸਾਇਟੀ ਦਾ ਇੱਦਾਂ ਦਾ ਹੈ ਕਿ ਔਰਤਾਂ ਜੋ ਚਾਹੁੰਦੀਆਂ ਵੀ ਨੇ ਉਹ ਕਈ ਵਾਰ ਖੁਦ ਅੱਗੇ ਆ ਨਹੀਂ ਪਾਉਂਦੀਆਂ ਜਾਂ ਕਈਆਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾਂਦਾ। ਤਾਂ ਮੈਨੂੰ ਲੱਗਦਾ ਇਹ ਸੈਟਅਪ ਇੱਕ ਮੈਂਟੈਲਿਟੀ ਜੋ ਹੈ ਇੱਕ ਚੇਂਜ ਕਰਨ ਦੀ ਲੋੜ ਹੈ, ਕਿਉਂਕਿ ਤੁਸੀਂ ਦੇਖਿਆ ਮੋਰਚੇ ਦੇ ਵਿੱਚ ਵੂਮਨ ਦੀ ਪਾਰਟਿਸਿਪੇਸ਼ਨ ਕਿੰਨੀ ਸੀ। ਔਰ ਮੈਂ ਤਾਂ ਇਹ ਮੰਨਦੀ ਹਾਂ ਇਸ ਗੱਲ ਨੂੰ, ਮੈਂ ਨਹੀਂ ਮੰਨਦੀ, ਸਾਡੇ ਲੀਡਰਸ ਵੀ ਮੰਨਦੇ ਆ, ਬਹੁਤ ਵਾਰ ਕੋਟ ਕੀਤਾ ਰਾਜੇਵਾਲ ਸਾਹਿਬ ਨੇ ਵੀ ਔਰ ਬਾਕੀ ਜਿੰਨੀ ਸਾਡੇ ਜਥੇਬੰਦੀ ਦੇ ਹੈਡ ਨੇ ਕਿ ਔਰਤਾਂ ਬਿਨਾਂ ਇਹ ਮੋਰਚਾ ਜਿੱਤਣਾ ਪੋਸੀਬਲ ਨਹੀਂ ਸੀ। ਉੱਥੇ ਜੋ ਪੰਜਾਬ ਦੀਆਂ ਲੇਡੀਜ਼ ਤੀਆਂ ਦੇ ਮੇਲੇ ਵੀ ਔਰਤਾਂ ਨੇ ਲਗਾਏ, ਐਗਜ਼ੈਕਟਲੀ ਵਾਈਬ੍ਰੈਂਟ ਰਿਹਾ ਉੱਥੇ। ਪਾਰਲੀਮੈਂਟ 'ਚ ਬਹੁਤ ਵੱਡਾ ਯੋਗਦਾਨ ਉਹਨਾਂ ਜਿਹੜੀ ਪੈਰਲਲ ਪਾਰਲੀਮੈਂਟ ਲਗਾਈ ਸੀ, ਕਿਉਂਕਿ ਇੱਕ ਸਟ੍ਰੈਸ ਵੀ ਸੀ ਉੱਥੇ, ਇੱਕ ਵਾਈਬ੍ਰੈਂਟ ਉਹਨਾਂ ਨੇ ਰੱਖਿਆ ਮੇਲਸ ਨੂੰ ਪੂਰਾ, ਉਹਨਾਂ ਦੀ ਹੈਲਪ ਵੀ ਕੀਤੀ, ਉਹਨਾਂ ਦਾ ਸਟ੍ਰੈਸ ਵੀ ਰਿਲੀਵ ਕੀਤਾ। ਔਰ ਉੱਥੇ ਇੱਕ ਪੰਜਾਬ ਦੇ ਪਿੰਡ ਦੀਆਂ ਜੋ ਬਜ਼ੁਰਗ ਮੇਰੀਆਂ ਮਾਤਾਵਾਂ ਸੀ ਜਿਨ੍ਹਾਂ ਨੇ ਕਦੇ ਪਿੰਡ ਤੋਂ ਬਾਹਰ ਸ਼ਹਿਰ ਐਨੀ ਕਿ ਉਹਨਾਂ ਦੀ ਜੋ ਮਤਲਬ ਉਹ ਸੀ, ਉਹ ਉੱਥੇ ਜਾ ਕੇ ਜਿੱਦਾਂ ਡਟ ਕੇ ਲੜੀਆਂ, ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਵਾਟ ਚੇਂਜ ਅ ਵੂਮਨ ਕੈਨ ਮੇਕ। ਕਿਵੇਂ ਉਹ ਇੱਕ ਮਰਦ ਨੂੰ ਜੇ ਸਪੋਰਟ ਕਰਦੇ ਆ ਤਾਂ ਉਹ ਉਹਦਾ ਹੌਸਲਾ ਵੀ ਵਧਾ ਸਕਦੇ ਨੇ ਔਰ ਉਹ ਅੱਗੇ ਆ ਕੇ ਹੋਰ ਫਾਈਟ ਵੀ ਕਰ ਸਕਦੇ ਆ। ਪਰ ਉਹਨਾਂ ਨੂੰ ਇੰਨੀ ਪੋਲੀਟੀਕਲ ਸ਼ਮੂਲੀਅਤ ਉਹਨਾਂ ਦੀ ਕਿਉਂ ਨਹੀਂ ਹੋਈ? ਜਿਹੜੀਆਂ ਔਰਤਾਂ ਮੈਨੂੰ ਲੱਗਦਾ ਕਿ ਕਿਸਾਨ ਮੋਰਚੇ ਤੱਕ ਪਹੁੰਚ ਸਕਦੀਆਂ, ਸਿੰਘੂ ਬਾਰਡਰ ਤੱਕ, ਉਹਨਾਂ ਨੂੰ ਆਪਣੇ ਏਰੀਏ ਦੇ ਵਿੱਚ, ਆਪਣੇ ਹਲਕੇ ਦੇ ਵਿੱਚ ਖੜੇ ਹੋਣ ਦਾ ਮੌਕਾ ਨਹੀਂ ਮਿਲਿਆ ਜਾਂ ਉਹ ਚਾਹੁੰਦੀਆਂ ਨਹੀਂ ਸੀ? ਤੁਹਾਨੂੰ ਕੀ ਲੱਗਦਾ ਪਿੰਡ 'ਚ ਆ ਕੇ ਕੀ ਫਰਕ ਪੈ ਜਾਂਦਾ? ਸਾਡੀ ਟੀਮ ਵੱਲੋਂ ਤਾਂ ਡਾਕਟਰ ਸਵਾਈਮਾਨ ਨੇ ਵੀ ਐਕਚੁਅਲੀ ਡਾਕਟਰ ਸਵਾਈਮਾਨ ਦੇ ਨਾਲ ਮੈਂ ਉੱਥੇ ਕੰਮ ਕੀਤਾ ਮੋਰਚੇ ਤੇ ਨਾ। ਡਾਕਟਰ ਸਵਾਈਮਾਨ ਨੇ ਸਪੈਸ਼ਲ ਵੀਡੀਓ ਇਸ ਦੇ ਵਿੱਚ ਬਣਾਈ, ਉਹਨਾਂ ਨੇ ਸੋਸ਼ਲ ਮੀਡੀਆ ਤੇ ਟਵੀਟ ਵੀ ਕੀਤਾ, ਮੈਮ ਵੀਡੀਓਜ਼ ਵੀ ਕਾਫੀ ਸਰਕੂਲੇਟ ਹੋਈ ਹੈ। ਉਹਨਾਂ ਨੇ ਬਾਰ-ਬਾਰ ਐਡਰੈਸ ਕੀਤਾ ਜਦੋਂ ਅਸੀਂ ਨੋਮੀਨੇਸ਼ਨ ਪੇਪਰ ਮਤਲਬ ਪਾਰਟੀ ਦੇ ਜੋ ਸਕਰੀਨਿੰਗ ਮੈਂਬਰ ਉਹ ਲੈ ਰਹੇ ਸੀ ਕਿ ਵੂਮਨ ਦੀ ਸ਼ਮੂਲੀਅਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। आई डोंट नो मैं तो इसको सोशल सैटअप के नाल ही रिलेट करूँगी। कुड़ियाँ जो हिम्मत करना भी चाहदियां ने कई बार वो डरदियां ने
ਕਿਉਂਕਿ ਪੋਲੀਟੀਕਲ ਇੱਕ ਸੈਟਅਪ ਸਾਡਾ ਇਟਸ ਮਰਦ ਪ੍ਰਧਾਨ ਹੈ, ਪ੍ਰਧਾਨ ਹੈ, ਇੱਕ ਪੈਟਰੀਆਰਕੀਅਲ ਗਲਵਾ ਹੈ ਨਾ, ਉਹਨਾਂ ਨੇ ਬਹੁਤ ਤਾਕੜ ਬਣ ਕੇ ਆਪਣੇ ਆਪ ਨੂੰ ਬੜੇ ਧਨਾੜ ਸਮਝਦੇ ਨੇ ਔਰ ਜੋ ਜਿਵੇਂ ਵੀ। ਆਉਂਦਿਆਂ ਵੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਦਾ ਸਾਹਮਣਾ ਵੀ ਕਰਨਾ ਪੈਂਦਾ। ਉਸ ਤੋਂ ਡਰ ਕੇ ਵੀ ਬਹੁਤ ਲੇਡੀਜ਼ ਜਾਂ ਬਹੁਤ ਫੈਮਲੀਜ਼ ਆਪਣੇ ਕੁੜੀਆਂ ਨੂੰ ਔਰਤਾਂ ਨੂੰ ਅੱਗੇ ਨਹੀਂ ਕਰਦੇ। ਤੁਸੀਂ ਜਦੋਂ ਇਹਦੇ ਬਾਰੇ ਕਿੱਦਾਂ ਸੋਚਿਆ ਕਿ ਮੈਂ ਆਵਾਂਗੀ ਇਸ ਟਾਈਮ, ਮੈਂ ਇੱਥੋਂ ਕੰਟੈਸਟ ਕਰਾਂਗੀ? ਪਾਰਟੀ ਨੇ ਤੁਹਾਨੂੰ, ਕਿਸਾਨ ਮੋਰਚੇ ਵਾਲੇ ਕੁਝ ਨੁਮਾਇੰਦਿਆਂ ਨੇ ਕਿਹਾ ਕਿ ਤੁਹਾਡਾ ਆਪਣੀ ਪਰਸਨਲ ਚੁਆਇਸ? ਮੈਨੂੰ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਵੀ, ਮੇਰੀ ਫੈਮਿਲੀ ਦੇ ਵਿੱਚੋਂ ਵੀ ਬਹੁਤ ਜਾਣਿਆਂ ਨੇ ਜ਼ੋਰ ਲਾ ਕੇ ਕਿਹਾ। ਐਕਚੁਅਲੀ ਇਹ ਸਾਡੀ ਇੱਕ ਰਿਸਪੌਂਸਿਬਿਲਟੀ ਦੇ ਨਾਲ ਨਾਲ ਨਾ ਇਸ ਟਾਈਮ ਤੇ ਜੋ ਪੰਜਾਬ ਦੀ ਸਥਿਤੀ ਹੈ, ਇਹ ਸਾਡੀ ਇੱਕ ਲੋੜ ਹੈ ਕਿ ਇਸ ਮਜਬੂਰੀ ਬਣ ਚੁੱਕੀ ਹੈ। ਮਜਬੂਰੀ ਨਹੀਂ ਮੈਂ ਕਹੂੰਗੀ, ਦਿਸ ਇਜ਼ ਅ ਰਿਸਪੌਂਸਿਬਿਲਟੀ ਐਂਡ ਜ਼ਰੂਰਤ ਹੈ ਨਾ, ਕਿ ਵਾਈ ਨਾਟ ਵੀ ਅਸੀਂ ਦੇਖਦੇ ਰਹਿੰਦੇ ਹਾਂ ਕਿ ਉਹ ਕਰੇਗਾ ਵੀ ਵਾਂਟ ਐਵਰੀਬਡੀ ਵਾਂਟਸ ਈਜ਼ੀ ਲਾਈਫ ਹੈ ਨਾ, ਸਾਨੂੰ ਲੱਗਦਾ ਕਿ ਬੈਠੇ ਬਿਠਾਏ ਕੰਮ ਹੋ ਜਾਏ, ਬਟ ਉੱਦਾਂ ਹੋਣਾ ਪੋਸੀਬਲ ਨਹੀਂ ਹੈ ਇਨ ਲਾਈਫ ਹੈ ਨਾ। ਕੋਈ ਕੰਮ ਕਰਨਾ ਤਾਂ ਉਹਦੇ ਲਈ ਤੁਹਾਨੂੰ ਅੱਗੇ ਤਾਂ ਆਉਣਾ ਹੀ ਪਏਗਾ। ਤਾਂ ਮੈਨੂੰ ਕਾਫੀ ਮੇਰੀ ਫੈਮਿਲੀ ਦੀ ਵੀ ਸਪੋਰਟ ਰਹੀ, ਮੇਰੇ ਫਰੈਂਡ ਸਰਕਲ ਦੇ ਵਿੱਚੋਂ ਹਸਪੀਟਲ ਜਿੱਥੇ ਮੈਂ ਕੰਮ ਕਰਦੀ ਸੀ, ਮੇਰੇ ਫਰੈਂਡਸ ਬਹੁਤ ਸਪੋਰਟ ਕੀਤਾ। ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ, ਯੂ ਸ਼ੁੱਡ ਗੋ ਐਂਡ ਯੂ ਸ਼ੁੱਡ ਫਾਈਟ। ਇਸ ਟਾਈਮ 'ਤੇ ਨੌਜਵਾਨਾਂ ਨੂੰ, ਕੁੜੀਆਂ ਨੂੰ ਅੱਗੇ ਆ ਕੇ ਜੋ ਬੇਸਿਕ ਇਸ਼ੂਜ਼ ਹੈ ਜਿਨ੍ਹਾਂ ਕਰਕੇ ਅਸੀਂ ਪਿੱਛੇ ਰਹਿ ਗਏ, ਪੰਜਾਬ ਦੇ ਕੋਲ ਕੋਈ ਕਮੀ ਨਹੀਂ ਸੀ। ਪੰਜਾਬ ਨੇ ਰਿਪਰੈਜ਼ੈਂਟ, ਸਾਡਾ ਇੱਕ ਰਾਜ ਸੀ। ਜੇ ਅਸੀਂ ਇੱਕ ਗ੍ਰੀਨ ਰੈਵੋਲੂਸ਼ਨ ਲੈ ਕੇ ਆ ਸਕਦੇ ਹਾਂ, ਪੰਜਾਬ ਨੂੰ ਪੂਰੀ ਦੁਨੀਆ ਦੇਖਦੀ ਹੈ ਨਾ, ਇੰਡੀਆ ਦਾ ਇੱਕ ਸਭ ਤੋਂ ਸਰਪਲਸ ਸੂਬਾ, ਉਹਨੂੰ ਹੁਣ ਇਸ ਟਾਈਮ 'ਤੇ ਕਰਜ਼ੇ ਦੀ ਮਾਰ ਹੇਠ ਆ ਗਿਆ। ਤਾਂ ਇਟ ਵਾਜ਼ ਅ ਨੀਡ ਕਿ ਪੜ੍ਹੇ ਲਿਖੇ ਲੋਕ ਆਉਣ ਜੋ ਕਿ ਰਿਪਰੈਜ਼ੈਂਟ ਕਰਨ, ਇਕੱਲਾ ਵਿਧਾਨ ਸਭਾ ਦੇ ਵਿੱਚ ਨਹੀਂ, ਅੱਗੇ 5 ਸਾਲਾਂ ਨੂੰ ਹੋਰ ਇਲੈਕਸ਼ਨ ਹੋ ਕੇ ਹੈ ਨਾ। ਅਸਾਂ ਕੋਈ ਅਸੂਲ ਬਣਾ ਕੇ ਆਏ ਕਿ ਮੈਂ ਇਹ ਅਸੂਲਾਂ ਤੇ ਚੱਲਾਂਗੀ ਅੱਜ? ਐਕਚੁਅਲੀ ਆਏ ਅਸੂਲਾਂ ਤੇ ਹੈ ਅਸੀਂ। ਸਾਡਾ ਮੁਕਾਬਲਾ ਰਾਜਸੀ ਪਾਰਟੀਆਂ ਨਾਲ ਨਹੀਂ ਹੈ, ਸਾਡਾ ਮੁਕਾਬਲਾ ਉਹਨਾਂ ਦੇ ਬਿਨਾਂ ਅਸੂਲਾਂ ਤੋਂ ਜੋ ਉਹਨਾਂ ਨੇ ਲੁੱਟ ਖਸੁੱਟ ਕੀਤੀ ਹੈ ਉਹਦੇ ਨਾਲ ਹੈ। ਤਾਂ ਮੈਂ ਤਾਂ ਇਸ ਦੇ ਵਿੱਚ ਆਪਣੇ ਆਪ ਨੂੰ ਕਦੇ ਇਹ ਵੀ ਨਹੀਂ ਮੰਨਦੀ ਕਿ ਮੇਰੀ ਉਹਨਾਂ ਦੇ ਨਾਲ ਕੋਈ, ਜਿਵੇਂ ਮੈਨੂੰ ਕਈ ਲੋਕ ਪੁੱਛਦੇ ਆ ਕਿ ਤੁਹਾਡੀ ਕਿਹਦੇ ਨਾਲ ਫਾਈਟ ਹੈ, ਸਾਡੀ ਸਿਸਟਮ ਨਾਲ ਫਾਈਟ ਹੈ। ਐਂਡ ਉਹਦੇ ਵਿੱਚ ਐਵਰੀਬਡੀ, ਸਾਰੀਆਂ ਪਾਰਟੀਆਂ ਆ ਜਾਂਦੀਆਂ ਨੇ। ਤੁਹਾਡੇ ਖਿਲਾਫ ਆਪੋਜ਼ਿਟ ਚਰਨਜੀਤ ਸਿੰਘ ਚੰਨੀ ਦੇ ਬ੍ਰਦਰ ਹੈ, ਜੋ ਕਹਿੰਦੇ ਤਾਂ ਹੈ ਕਿ ਮੈਂ ਆਜ਼ਾਦ, ਬਿਲਕੁਲ ਮੈਂ ਕਾਂਗਰਸ ਪਾਰਟੀ ਤੋਂ ਅਲੱਗ ਹਾਂ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਚੀਜ਼ ਦੀ ਸਪੋਰਟ ਵੀ ਮਿਲੇਗੀ ਕਿ ਉਹ ਚੀਫ ਮਿਨਿਸਟਰ ਦੇ ਬ੍ਰਦਰ ਹੈ। ਮਿਲ ਰਹੀ ਹੈ ਮੈਮ। ਆਲਰੇਡੀ ਕੱਲ ਇੱਥੇ ਉਹ ਪੇਪਰ ਫਾਈਲ ਕਰਨ ਆਏ ਹੋਏ ਸੀ ਐਸਡੀਐਮ ਆਫਿਸ ਦੇ ਵਿੱਚ। ਇੰਨੀ ਦੇਰ ਅੰਦਰ ਉਹਨੂੰ ਬਿਠਾ ਕੇ ਰੱਖਿਆ, ਬਾਹਰ ਪਬਲਿਕ ਨੂੰ ਬੰਦ ਕਰ ਦਿੱਤਾ ਹੈ ਨਾ, ਕੋਈ ਵੀ ਕੰਮ ਕਰਾਉਣ ਲਈ ਜੋ ਲੋਕ ਜਾ ਰਹੇ ਸੀ, ਦੇ ਵਰ ਨਾਟ ਏਬਲ ਟੂ ਅਪਰੋਚ ਦ ਐਸਡੀਐਮ। ਤਾਂ ਇਹ ਆਈ ਥਿੰਕ ਦਿਸ ਇਜ਼ ਫੇਵਰਿਜ਼ਮ ਹੋ ਰਿਹਾ ਹੈ ਆਲਰੇਡੀ। ਯੈਸ, ਆਲਰੇਡੀ ਹੋ ਰਿਹਾ। ਔਰ ਕਦੇ ਕਿਸੇ, ਤੁਸੀਂ ਇੱਕ ਔਰਤ ਆ, ਤੁਹਾਨੂੰ ਇਸ ਚੀਜ਼ ਕਰਕੇ ਚੈਲੰਜ ਮਿਲਿਆ ਹੋਵੇ ਜਾਂ ਇਹਨਾਂ ਦੀ ਬਿਆਨਬਾਜ਼ੀ, ਕਿਉਂਕਿ ਮੈਂ ਪੰਜਾਬ 'ਚ ਸੁਣ ਚੁੱਕੀ ਹਾਂ ਇਹ ਬਿਆਨਬਾਜ਼ੀਆਂ ਲੀਡਰਾਂ ਦੀਆਂ ਵੀ, ਜੇ ਤੁਸੀਂ ਇੱਕ ਔਰਤ ਨੂੰ ਸਿਲੈਕਟ ਕਰੋਗੇ ਉਹ ਤਾਂ ਹਰ ਥਾਂ ਤੇ ਜਾ ਨਹੀਂ ਸਕਦੀ, ਮੈਨੂੰ ਵੋਟਾਂ ਪਾਓ, ਮੈਂ ਤਾਂ ਤੁਹਾਡੇ ਨਾਲ ਹਰ ਥਾਂ ਤੇ ਖੜਾ ਹਾਂ। ਡਾਇਰੈਕਟ ਇਹਨਾਂ ਨੇ ਮੈਨੂੰ ਕਿਸੇ ਮਤਲਬ ਪੋਲੀਟੀਕਲ ਜੋ ਲੀਡਰ ਹੈ ਉਹਨਾਂ ਨੇ ਨਹੀਂ ਕੀਤਾ, ਬਟ ਆਪਣੇ ਅੱਗੇ ਰਿਪਰੈਜ਼ੈਂਟੇਟਿਵ ਭੇਜਦੇ ਹੁੰਦੇ ਨਾ, ਕਿ ਜੋ ਲੋਕ ਹੀ ਅੱਗੇ ਬੋਲਦੇ ਆ। ਮੈਂ ਬਸੀ ਪਠਾਣਾ ਹੀ ਗਈ ਸੀ, ਤਾਂ ਉੱਥੇ ਉਹਨਾਂ ਨੇ ਮੈਨੂੰ ਪਰਸਨਲੀ ਬੜੇ ਸਾਰੇ ਅਟੈਕ ਕੀਤੇ, ਅਨਮੈਰਿਡ ਹੋਣ ਦੇ ਅਟੈਕ ਕੀਤੇ ਹੈ ਨਾ, ਕਿ ਵਾਈ ਦਿਸ ਇਜ਼ ਨਾਟ ਗੋਇੰਗ ਟੂ ਲੀਵ ਯੂ। ਯਾ ਸੌਰੀ। ਸੋ ਆਈ ਥਿੰਕ ਇਹ ਚੇਂਜ ਮਾਈਂਡਸੈਟ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਔਰ ਇੱਦਾਂ ਅਟੈਕ ਕੀਤੇ, ਤੁਸੀਂ ਸ਼ਰਾਬ ਵੰਡੋਗੇ, ਤੁਸੀਂ ਇਹ ਕਰੋਗੇ, ਤੁਸੀਂ ਆਈ ਥਿੰਕ ਉਹ ਇੱਕ ਡਰਾਉਣ ਦੀ ਜਿਵੇਂ ਹੁੰਦੀ ਹੈ ਨਾ, ਕਿ ਤੁਸੀਂ ਡਰਾ ਲਓਗੇ ਕਿਸੇ ਨੂੰ। ਬਟ ਮੈਂ ਦੱਸਣਾ ਚਾਹੁੰਦੀ ਹਾਂ ਕਿ ਇੱਦਾਂ ਦੇ ਚੈਲੰਜਸ ਮੈਂ ਲੈਣ ਲਈ ਤਿਆਰ ਹੈ। ਮੈਂ ਇੱਦਾਂ, ਜੇ ਅਸੀਂ ਸਿਸਟਮ ਨੂੰ ਫਾਈਟ ਕਰਨਾ ਤਾਂ ਇਸ 'ਚ ਡਰ ਕੇ ਕਿਸੇ ਚੈਲੰਜ ਤੋਂ ਨਾ, I am not afraid of anyone. ਉਹ ਔਰਤਾਂ ਤੋਂ ਨਹੀਂ ਡਰਦੇ, ਉਹ ਆਪਣੇ ਔਰਤਪੁਣੇ ਤੋਂ ਡਰਦੇ, ਉਹ ਆਪਣੇ ਔਰਤਪੁਣੇ ਦਾ ਫਾਇਦਾ ਵੀ ਚੱਕਦੇ। ਉਹਨਾਂ ਨੂੰ ਪਤਾ ਕਿ ਮਮਤਾ ਦੀ ਮੂਰਤ ਹੁੰਦੀਆਂ ਨੇ ਔਰਤਾਂ, ਬਹੁਤ ਕੇਅਰਿੰਗ ਹੁੰਦੀਆਂ ਨੇ, ਬਹੁਤ ਕੰਪੈਸ਼ਨੇਟ ਹੁੰਦੀਆਂ। ਸੋ ਇਹਨਾਂ ਨੇ ਤਾਂ ਇਦਾਂ ਦੇ ਸਾਡੇ ਵਾਂਗੂ, ਉਹ ਜਿੱਦਾਂ ਕਹਿ ਲਓ ਵੀ ਸਾਡਾ ਵਾਂਗੂ ਫਿਰਦੇ ਨੇ। ਜੇਕਰ ਤੁਸੀਂ ਦੇਖੋਗੇ ਤਾਂ ਇੱਕ ਬੜੀ ਆਪਣੀ ਮੈਸਕੂਲਿਨ ਇਮੇਜ ਕ੍ਰੀਏਟ ਕਰਕੇ ਲੋਕਾਂ ਨੂੰ ਦਿਖਾਉਂਦੇ ਆ, ਮੈਂ ਤਾਂ ਫੱਟੇ ਚੱਕ ਦੂੰਗਾ। ਤੁਹਾਡੀ ਕਨਸਟੀਚੁਐਂਸੀ 'ਚ ਜੱਟਵਾਦ ਦੇ ਨਾਰੇ ਨਹੀਂ ਆ, ਬਿਕੋਜ਼ ਐਸਸੀ ਰਿਜ਼ਰਵਡ ਹੈ। ਅਦਰਵਾਈਜ਼ ਬਾਕੀ ਕਨਸਟੀਚੁਐਂਸੀਜ਼ ਜੱਟਵਾਦ ਵੀ ਹੈ, ਜਿਹੜਾ ਆਬਵੀਅਸਲੀ ਇੱਕ ਔਰਤ ਕੈਂਡੀਡੇਟ ਤੇ ਬਹੁਤ ਭਾਰੀ ਪਏਗਾ। ਦੇਖੋ ਸਾਡੀ ਜੋ ਪਾਰਟੀ ਹੈ, ਤੁਸੀਂ ਉਹਦਾ ਬੇਸਿਕ ਕੋਈ ਦੇਖੋ ਨੇਮ, ਸੰਯੁਕਤ ਸਮਾਜ ਹੈ ਨਾ। ਮੇਰੇ ਨਾਲ ਇਸ ਟਾਈਮ ਤੇ ਬਹੁਤ, ਮੈਨੂੰ ਆਈ ਐਮ ਫੀਲਿੰਗ ਬਲੈਸਡ। ਮੈਂ ਜਿੱਥੇ ਵੀ ਜਾ ਰਹੀ ਹਾਂ, ਮੈਨੂੰ ਹਰ ਵਰਗ ਦੇ ਲੋਕ, ਕਿਉਂਕਿ ਐਵਰੀਬਡੀ ਇਜ਼ ਅਫੈਕਟਡ ਹੈ ਪੋਲਿਟਿਕਸ ਤੋਂ, ਪੋਲੀਟੀਕਲ ਕਰਪਸ਼ਨ ਤੋਂ ਹਰ ਕੋਈ ਹੈ। ਅਫੈਕਟਡ ਹੈ। ਤਾਂ ਅਸੀਂ ਜੋ ਸਾਡਾ ਮੇਨ ਮੋਟੋ ਹੈ ਪਹਿਲਾਂ, ਉਹ ਇੱਕ ਸੰਯੁਕਤ ਸਮਾਜ ਸਿਰਜਣ ਦੀ ਹੈ। ਅਸੀਂ ਡਿਵੀਜ਼ਨ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਕੀਤੀ ਹੈ, ਇਹ ਡਿਵੀਜ਼ਨ ਲੋਕਾਂ ਨੂੰ ਧਰਮਾਂ ਤੇ, ਜਾਤਾਂ ਤੇ ਔਰ ਵਰਗਾਂ ਦੇ ਵਿੱਚ ਵੰਡ। ਮੈਂ ਤੁਹਾਨੂੰ ਹੁਣ ਕਿੱਥੇ ਇਹਦੇ ਚ ਐਡ ਆਨ ਕਰਨਾ ਚਾਹੁੰਦੀ ਹਾਂ, ਸੌਰੀ ਤੁਹਾਨੂੰ ਰੋਕਿਆ।
ਇਹਨਾਂ ਆਪਾਂ ਜਾਣਦੇ ਹਾਂ ਐਵੀਡੈਂਟਲੀ ਪੋਲਰਾਈਜੇਸ਼ਨ ਹੋ ਚੁੱਕੀ ਹੈ, ਪਰ ਆਪਾਂ ਦੋ ਔਰਤਾਂ ਗੱਲ ਕਰ ਰਹੇ ਹਾਂ, ਤੁਸੀਂ ਇੱਕ ਔਰਤ ਐਮਐਲਏ ਕੈਂਡੀਡੇਟ ਖੜੇ ਹੋਏ ਆ, ਕਿ ਆਪਾਂ ਔਰਤਾਂ ਨੂੰ ਨਹੀਂ ਬਣ ਸਕਦੀਆਂ ਕਿ ਤੁਸੀਂ ਸਾਨੂੰ ਵੋਟ ਪਾਓ ਔਰਤ ਨੂੰ? ਔਰਤਾਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਸੀਰੀਅਸਲੀ ਇਹ ਨਾ ਮੈਨੂੰ ਇਹ ਲੱਗਦਾ ਕਿ ਅਸੀਂ ਦੇਖਦੇ ਰਹਿੰਦੇ ਕਿ ਉਹ ਮੈਨੂੰ ਕੀ ਕਹੂਗਾ, ਮੇਰਾ ਬ੍ਰਦਰ ਮੈਨੂੰ ਕੀ ਕਹੂਗਾ, ਮੇਰਾ ਪਾਪਾ ਮੈਨੂੰ ਕੀ ਕਹਿਣਗੇ, ਤਾਂ ਮੈਂ ਉਹ ਕਰਾਂਗੀ। ਮੈਂ ਆਪਣੀ ਸੋਚ ਕਿਉਂ ਨਹੀਂ ਬਣਾ ਸਕਦੀ? ਜੇ ਮੈਂ ਪੜ੍ਹੀ ਲਿਖੀ ਹਾਂ, ਮੈਨੂੰ ਪਤਾ ਹੈ ਪੋਲੀਟੀਕਲ ਸਿਸਟਮ ਦੇ ਵਿੱਚ ਇਹ ਮੇਰੀਆਂ ਲੋੜਾਂ ਨੇ, ਜਿਸ ਤਨ ਲੱਗੇ ਸੋਈ ਜਾਣੇ, ਹਨਾ। ਤਾਂ ਜੋ ਮੇਰੀਆਂ ਲੋੜਾਂ ਹੈ, ਮੈਂ ਜੋ ਉਮੀਦਵਾਰਾਂ ਦੀ ਇੱਕ ਸਾਡੇ ਬਹੁਤ ਜ਼ਿਆਦਾ ਹੁਣ ਇੱਕ ਕਾਮਨ ਹੈ ਕਿ ਫੇਸ ਪੋਲਿਟਿਕਸ, ਹਨਾ, ਚਿਹਰੇ ਦੇ ਉੱਤੇ ਰਾਜਨੀਤੀ, ਮੁੱਦਿਆਂ ਦੀ ਪੋਲਿਟਿਕਸ। ਮੈਂ ਤੁਸੀਂ ਦੇਖਿਆ ਕਿ ਮੁੱਦਿਆਂ ਦੀਆਂ ਜੋ ਮੇਨ ਪਾਰਟੀਆਂ ਗੱਲ ਹੀ ਨਹੀਂ ਕਰ ਰਹੀਆਂ, ਕੌਣ ਸੀਐਮ ਬਣੇਗਾ, ਸਿੱਧੂ ਚੰਨੀ, ਉਹਨਾਂ ਦੇ ਗੱਲ ਹੀ ਸਿਰਫ ਇਹ ਹੋ ਰਹੀ ਹੈ। ਕੋਈ ਵੀ ਪਾਰਟੀ ਇਸ ਟਾਈਮ ਤੇ ਮੁੱਦਿਆਂ ਦੀ ਗੱਲ ਹੀ ਨਹੀਂ ਕਰ ਰਹੀ, ਔਰ ਲੋਕ ਇਸ ਗੱਲ ਤੇ ਬਹੁਤ ਸਾਰੇ ਲੋਕ ਅਵੇਅਰ ਨੇ ਔਰ ਬਹੁਤ ਸਾਰੇ ਲੋਕ ਅਵੇਅਰ ਨਹੀਂ ਵੀ ਨੇ। ਤਾਂ ਸਾਡਾ ਤਾਂ ਮੰਤਵ ਇਹ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਮੁੱਦਿਆਂ ਦੀ ਜੋ ਗੱਲ ਕਰ ਰਹੇ ਹੈ, ਜਿਹੜੇ ਤੁਹਾਡੇ ਜੋ ਸ਼ਿਕਾਇਤਾਂ ਨੂੰ ਐਡਰੈਸ ਕਰ ਰਹੇ ਹੈ, ਜਿੱਥੋਂ ਅਸੀਂ ਪਿੱਛੇ ਰਹਿ ਗਏ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਐਡਰੈਸ ਕਰ ਰਹੇ ਹੈ, ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਆਓ। ਪਹਿਲੀ ਵਾਰ ਹਲਕੇ 'ਚ ਜਾ ਰਹੇ ਹੋ, ਲੋਕਾਂ ਤੋਂ ਵੋਟਾਂ ਮੰਗਣੀਆਂ ਔਖੀਆਂ ਲੱਗਦੀਆਂ ਨੇ, ਕੀ ਫੀਲ ਹੁੰਦਾ? ਨਹੀਂ, ਐਕਚੁਅਲੀ ਹਲਕੇ 'ਚ ਪਹਿਲੀ ਵਾਰ ਨਹੀਂ ਜਾ ਰਹੀ। ਮੇਰਾ ਪਿੰਡ ਢੋਲੇਵਾਲ ਇਸ ਹਲਕੇ 'ਚ ਹੀ ਹੈ, ਤਾਂ ਮੇਰਾ ਜੱਦੀ ਪਿੰਡ ਹੈ। ਉਹ ਮੈਨੂੰ ਜਾਣਦੇ ਨੇ ਬਹੁਤ ਲੋਕ ਇੱਥੇ, ਮੈਂ ਆਉਂਦੀ ਰਹਿੰਦੀ ਹੈ। ਮੈਡੀਕਲ ਐਕਚੁਅਲੀ ਮੈਂ ਕਈ ਸਾਰੀ ਐਸੋਸੀਏਸ਼ਨਸ ਨਾਲ ਜੋ ਕਿ ਸੋਸ਼ਲ ਕਾਜ਼ ਨਾਲ ਜੁੜੀ ਹੋਈ ਹਾਂ ਪਹਿਲਾਂ ਤੋਂ, ਤਾਂ ਕੈਂਪ ਆਰਗੇਨਾਈਜ਼ ਕਰਦੇ ਰਹਿੰਦੇ ਹਾਂ। ਲੋਕ ਅਵੇਅਰ ਨੇ, ਜਾਣਦੇ ਨੇ ਮੈਨੂੰ, ਤਾਂ ਵੋਟ ਮੰਗਣੀ ਔਖੀ ਨਹੀਂ ਲੱਗ ਰਹੀ। ਐਕਚੁਅਲੀ ਬਹੁਤ ਮੈਨੂੰ ਪਿਆਰ ਮਿਲ ਰਿਹਾ ਹੈ, ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਜਿੱਥੇ ਵੀ ਅਸੀਂ ਜਾਂਦੇ ਹਾਂ ਗਾਣਾ ਲਾਉਂਦੇ ਆ, ਹਨਾ, ਤੁਹਾਨੂੰ ਜਾਂਦੇ ਆ, ਮੈਂ ਦੇਖਿਆ ਮਾਤਾਵਾਂ ਪਿੰਡਾਂ ਦੇ ਵਿੱਚ, ਹਨਾ। ਹਾਂ, ਇੱਕ ਮੈਂ ਬਹੁਤ ਇੰਟਰਸਟਿੰਗ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਬਿਟ ਹੋਇਆ ਸੀ। ਇੱਕ ਪਿੰਡ ਗਏ ਤੇ ਉਹ ਡੋਰ ਟੂ ਡੋਰ ਅਸੀਂ ਕੈਂਪੇਨ ਕਰ ਰਹੇ ਸੀ। ਉਹਨਾਂ ਨੇ ਪਹਿਲਾਂ ਬਾਹਰੋਂ ਹੀ ਲੇਡੀਜ਼ ਨੇ ਕਹਿਤਾ ਕਿ ਕੋਈ ਘਰ ਨਹੀਂ ਹੈ, ਤੇ ਫਿਰ ਜਦੋਂ ਮੈਂ ਉਹਨਾਂ ਨੇ ਦੇਖਿਆ ਹਰੀ ਮੈਂ ਲਈ ਹੋਈ ਸੀ, ਉਹ ਕਹਿੰਦੇ ਕਿਸਾਨ ਮੋਰਚੇ ਤੋਂ ਹੈ। ਮੈਂ ਕਿਹਾ ਹਾਂਜੀ, ਆ ਜਾਓ, ਅੰਦਰ ਆ ਜਾਓ। ਫਿਰ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ, ਤੇ ਉਹ ਬਜ਼ੁਰਗ ਮੈਨੂੰ ਕਹਿੰਦੇ ਆ ਕਿ ਜੇ ਤੂੰ ਖੂਨ ਮੰਗੇਗੀ ਨਾ, ਮੈਂ ਤੈਨੂੰ ਆਪਣਾ ਸਿਰ ਵੀ ਵੱਢ ਕੇ ਦੇ ਦੂੰਗਾ। ਤਾਂ ਇੰਨਾ ਪਿਆਰ ਮਿਲ ਰਿਹਾ ਲੋਕਾਂ ਦਾ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਹੁਣ ਇੱਕ ਜੋ ਚੇਂਜ ਹੈ ਉਹ ਕਿਸ ਤਰ੍ਹਾਂ ਸਮਾਜ ਦੇ ਵਿੱਚ ਆ ਸਕਦੀ ਹੈ। ਤਾਂ ਆਮ ਗੈਟਿੰਗ ਲੋਟ ਆਫ ਲਵ ਹੈ, ਬਹੁਤ ਸਪੋਰਟ ਹੈ। ਔਰਤਾਂ ਨੂੰ ਕਿਸ ਤਰ੍ਹਾਂ ਤੋਰਿਆ ਜਾ ਸਕਦਾ ਹੈ ਕਿ ਤੁਹਾਡੇ ਨਾਲ ਰਲ ਕੇ ਤੁਰਨ, ਤੁਹਾਡੀ ਪਿੱਠ ਪਿੱਛੇ ਖੜੀਆਂ ਹੋਣ ਔਰਤਾਂ ਕਹਿਣ ਕਿ ਤੂੰ ਅੱਗੇ ਵੱਧ, ਅਸੀਂ ਤੇਰੇ ਨਾਲ ਹੈ। ਇੱਕ ਸਿਸਟਰ ਸਰਕਲ ਕਿਵੇਂ ਬਣਾਇਆ ਜਾ ਸਕਦਾ ਆਪਣੇ ਪਿੰਡਾਂ 'ਚ? ਇਹਦੇ ਵਿੱਚ ਜਿੰਨੇ ਵੀ ਆਈ ਥਿੰਕ ਯੂਥ ਹੈ ਨਾ, ਉਹ ਬਹੁਤ ਇਸ ਟਾਈਮ ਤੇ ਅਵੇਅਰ ਹੈ ਸਾਡੇ ਸੋਸ਼ਲ ਆਪਣੇ ਜਿੰਨੀਆਂ ਪ੍ਰੋਬਲਮਸ ਹੈ। ਤਾਂ ਮੈਂ ਕਹਿੰਦਾ ਯੂਥ ਗਰਲਸ ਦੀ ਪਾਰਟਿਸਿਪੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਅਸੀਂ ਮੁੱਦੇ ਐਡਰੈਸ ਕਰ ਰਹੇ ਹਾਂ ਹੈਲਥ ਤੇ, ਅਸੀਂ ਮੁੱਦੇ ਐਡਰੈਸ ਕਰ ਰਹੇ ਹਾਂ ਐਜੂਕੇਸ਼ਨ ਤੇ। ਪਹਿਲਾਂ ਤਾਂ ਅਵੇਲੇਬਿਲਿਟੀ ਹੋਣੀ ਜ਼ਰੂਰੀ ਹੈ, ਹਾਲੇ ਤੱਕ ਤਾਂ ਅਵੇਲੇਬਲ ਹੀ ਨਹੀਂ ਹੈ ਨਾ। ਇਸੇ ਬਸੀ ਪਠਾਣਾ ਹਲਕੇ ਦੇ ਵਿੱਚ ਪਹਿਲਾਂ ਸਿਵਲ ਡਿਸਪੈਂਸਰੀ ਹੁੰਦੀ ਸੀ, ਜੋ ਕਿ ਇਹ 4 ਸਾਲ ਪਹਿਲਾਂ ਇੱਕ CHC ਬਣ ਗਈ ਹੈ। ਮਤਲਬ ਅਪਗ੍ਰੇਡੇਸ਼ਨ ਤਾਂ ਕੀ ਹੋਣੀ ਹੈ, ਡੀਗ੍ਰੇਡੇਸ਼ਨ ਹੋ ਰਹੀ ਹੈ। ਪ੍ਰਾਈਵੇਟਾਈਜੇਸ਼ਨ ਆ ਗਈ, ਇਹਨਾਂ ਦਾ ਚਾਹੁੰਦੇ ਵੀ ਨਹੀਂ ਹੈ ਕਿ ਇਹਨੂੰ ਅਪਗ੍ਰੇਡ ਕੀਤਾ ਜਾਵੇ, ਹੈ ਨਾ। ਹਾਂ, ਸਰਕਾਰੀ ਇੱਕ ਅਦਾਰੇ ਹੈ ਜੋ ਉਹਨਾਂ ਦਾ ਅਪਗ੍ਰੇਡ ਹੋਣਾ, ਫ੍ਰੀ ਹੈਲਥ, ਫ੍ਰੀ ਐਜੂਕੇਸ਼ਨ। ਬਸੀ ਪਠਾਣਾ 'ਚ ਕੀ ਮੋਹਾਲੀ ਦੇ ਸਿਵਲ ਹਸਪੀਟਲ 'ਚ ਬਹੁਤ ਬੁਰਾ ਹਾਲ ਹੈ, ਜਿਹੜਾ ਮੋਹਾਲੀ ਆਪਣਾ ਬਹੁਤ ਵੱਡਾ ਸ਼ਹਿਰ ਹੈ ਪੰਜਾਬ ਦਾ। ਔਰ ਇੱਥੇ ਕੋਈ ਵੀ ਗਾਇਨੇਕੋਲੋਜਿਸਟ 5 ਸਾਲ 'ਚ ਪੋਸਟ ਨਹੀਂ ਹੋਈ। ਵਾਈ? ਜੋ ਲੇਡੀਜ਼ ਹੈ ਉਹਨਾਂ ਜੱਚਾ ਬੱਚਾ ਦੀ ਇਹ ਸਿਰਫ ਇੱਕ ਲੋਗੋ ਹੈ, ਬੋਲਣ ਲਈ ਹੈ ਨਾ। ਜਿੰਨੀਆਂ ਪਾਰਟੀਆਂ ਨੇ ਬਣਾਇਆ ਹੋਇਆ ਹੈ, ਇਹ ਬੋਲਣ ਲਈ ਹੈ ਸਿਰਫ। ਜਦੋਂ ਉਹ ਸਾਨੂੰ ਫੈਸਿਲਿਟੀ ਨਹੀਂ ਮਿਲ ਰਹੀ, ਤਾਂ ਅਸੀਂ ਉਹ ਪ੍ਰੋਬਲਮ ਨੂੰ ਐਡਰੈਸ ਹੀ ਨਹੀਂ ਕਰ ਰਹੇ। ਕੋਈ ਵੀ ਪ੍ਰੋਬਲਮ ਹੈ, ਉਹ ਗ੍ਰਾਸ ਰੂਟ ਤੋਂ ਹੀ ਤੁਸੀਂ ਉਹਨੂੰ ਐਡਰੈਸ ਕਰ ਸਕਦੇ ਹੋ। ਬਿਮਾਰੀਆਂ ਕੀ ਹੈ, ਹੁਣ ਜਿਵੇਂ ਹੈਲਥ ਤੇ ਹੀ ਬੋਲਾਂ, ਕੋਈ ਵੀ ਪ੍ਰੋਬਲਮ ਜਦੋਂ ਬਣਦੀ ਹੈ ਤਾਂ ਉਹ ਸਾਡੀ ਸੋਸਾਇਟੀ ਦੇ ਵਿੱਚ ਕੀ ਹੋ ਰਿਹਾ ਹੈ, ਜਦੋਂ ਪੂਰੀ ਕੈਂਸਰ ਐਂਡ ਸਟੇਜ ਤੇ ਚਲ ਜਾਂਦਾ ਉਦੋਂ ਡਾਇਗਨੋਸ ਹੁੰਦਾ ਹੈ। ਪ੍ਰੀਵੈਂਟਿਵ ਮੇਅਰਸ ਨਹੀਂ ਹੈ ਨਾ, ਸਕਰੀਨਿੰਗ ਹੀ ਨਹੀਂ ਹੈ। there is no awareness, no screening. We don't take a disease from its root. Even heart diseases, जिन्हें भी lifestyle disorders हैं, बंदे ਨੂੰ ਤਾਂ ਪਤਾ ਲੱਗਦਾ stroke ਆ ਗਿਆ ਜਾਂ heart attack ਹੋ ਗਿਆ, BP ਨੂੰ ਗੌਲ ਹੀ ਨਹੀਂ ਰਹੇ, ਹੈ ਨਾ। ਤਾਂ ਸਾਡੇ ਇਸ ਟਾਈਮ ਤੇ ਮੈਨੀਫੈਸਟੋ ਹੈ ਇਹ, ਡਾਕਟਰ ਸਵਾਈਮਾਨ ਵੀ ਇਸ ਤੇ ਕੰਮ ਕਰ ਰਹੇ। ਅਸੀਂ ਚਾਹੁੰਦੇ ਗ੍ਰਾਸ ਰੂਟ THC ਲੈਵਲ ਤੇ ਲਾਈਫਸਟਾਈਲ ਦੇ ਵਿੱਚ ਹੀ ਲੋਕਾਂ ਦੇ ਵਿੱਚ ਤਬਦੀਲੀ ਆਵੇ। ਉੱਥੇ ਅਸੀਂ ਅਵੇਅਰ ਕਰੀਏ ਲੋਕਾਂ ਨੂੰ ਕਿ ਨਹੀਂ, ਹੁਣੀ ਇਹ ਬਿਮਾਰੀ ਐਦਾਂ ਠੀਕ ਹੋਏਗੀ, ਤੁਸੀਂ ਐਦਾਂ ਕਰਨਾ ਹੈ, ਨਾ ਕਿ ਉਦੋਂ ਜਦੋਂ ਕਿ ਕੁਝ ਨਹੀਂ ਹੋ ਸਕਦਾ। ਇੱਕ ਕੈਂਸਰ ਬੈਲਟ ਬਣ ਗਿਆ ਸਾਡਾ ਪੂਰਾ ਏਰੀਆ। ਵਾਟਰ ਕੰਟੈਮੀਨੇਸ਼ਨ ਬਹੁਤ ਵੱਡਾ ਇਸ਼ੂ ਹੈ, ਤੁਸੀਂ ਉੱਥੇ ਲਗਾਤਾਰ ਗੱਲ ਵੀ ਕਰਦੇ ਹੋ, ਬਟ ਇਹ ਗੱਲਾਂ
ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੁਣ ਕਾਂਗਰਸ ਦੇ ਵਿਧਾਇਕ ਆ ਉਹਨਾਂ ਵੱਲੋਂ ਕੋਈ ਐਫਰਟਸ ਕੀਤੀਆਂ ਗਈਆਂ ਜਾਂ ਤੁਸੀਂ ਦੇਖਿਆ ਬਸੀ ਪਠਾਣਾ ਦਾ ਕਿਤੇ ਨਾ ਕਿਤੇ ਕੋਈ ਸੁਧਾਰ ਹੁੰਦਾ ਹੋਇਆ? ਨਹੀਂ ਬਿਲਕੁਲ, ਮੈਂ ਤੁਹਾਨੂੰ ਦੱਸ ਤਾਂ ਰਹੀ ਹਾਂ। ਦੇਖੋ 4 ਸਾਲ ਪਹਿਲਾਂ ਉਹ ਇੱਕ ਜੋ ਸਿਵਲ ਹਸਪੀਟਲ ਸੀ ਉਹ ਡੀਗ੍ਰੇਡ ਹੋ ਕੇ ਸੀਐਚਸੀ ਬਣ ਗਿਆ। ਤਾਂ ਜੇ ਉਹ ਸੁਧਾਰ ਕਰਨਾ ਚਾਹੁੰਦੇ ਤਾਂ ਉਹ ਕਰ ਸਕਦੇ ਸੀ। ਉਹਨਾਂ ਦੇ ਮਿਨਿਸਟਰ ਬਲਬੀਰ ਸਿੰਘ ਸਿੱਧੂ ਹੈਲਥ ਮਿਨਿਸਟਰ ਸੀਗੇ, ਹਨਾ, ਉਹਨਾਂ ਦੀ ਸਰਕਾਰ ਸੀ, ਤਾਂ ਹੀ ਸ਼ੁੱਡ ਹੈਵ ਡਨ ਸਮਥਿੰਗ। ਜਦੋਂ ਤੁਸੀਂ ਜਾਂਦੇ ਆ ਹਲਕੇ ਦੇ ਵਿੱਚ, ਮੈਂ ਫਿਰ ਔਰਤਾਂ ਦੇ ਮੁੱਦੇ ਤੇ ਵਾਪਸ ਆ ਰਹੀ ਹਾਂ। ਹਾਊ ਡੂ ਯੂ ਸੀ ਵਿਮਨ? ਤੁਸੀਂ ਚੰਡੀਗੜ੍ਹ ਪੜ੍ਹੇ ਹੋਏ ਆ, ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਪੜ੍ਹੇ ਹੋਏ ਆ, ਐਂਡ ਬਹੁਤ ਵੱਡਾ ਯੋਗਦਾਨ ਤੁਸੀਂ ਦਿੱਲੀ 'ਚ ਪਾਇਆ। ਯੂ ਆਰ ਐਨ ਐਗਜ਼ਾਮਪਲ ਆਫ ਇੰਪਾਵਰਡ ਵਿਮਨ। ਪਰ ਜਦ ਤੁਸੀਂ ਪਿੰਡਾਂ 'ਚ ਜਾ ਕੇ ਔਰਤਾਂ ਨੂੰ ਦੇਖਦੇ ਹੋ, ਵਾਟ ਡੂ ਯੂ ਫੀਲ? ਕਿੱਦਾਂ ਦੇ ਹੈ ਸਿਸਟਮ ਦਾ ਲਾਈਫਸਟਾਈਲ? ਬਹੁਤ ਸਾਰੀਆਂ ਲੇਡੀਜ਼ ਇਸ ਟਾਈਮ ਤੇ ਮੋਰਚੇ ਦੇ ਕਰਕੇ ਕਹੂੰਗੀ ਮੈਂ, ਉਹਨਾਂ ਨੂੰ ਬੜਾ ਸਾਰਾ ਇੱਕ ਸਿੰਬਲ ਮਿਲਿਆ ਹੈ ਇਹ ਸੰਯੁਕਤ ਸਮਾਜ ਜੋ ਕਿਸਾਨ ਮੋਰਚਾ ਵੀ ਲੱਗਿਆ ਉਸ ਤੋਂ, ਕਿ ਅਸੀਂ ਕਿਸ ਚੀਜ਼ਾਂ ਤੇ ਐਡਰੈਸ ਕਰਨਾ ਔਰ ਕਿਵੇਂ ਫਾਈਟ ਕਰਨਾ। ਤਾਂ ਕਾਫੀ ਲੋਕ ਮੈਨੂੰ ਲੇਡੀਜ਼ ਆ ਕੇ ਗੱਲ ਮਤਲਬ ਆਪਣੇ ਇਹ ਦੱਸਦੀਆਂ ਨਹੀਂ, ਅਸੀਂ ਐਦਾਂ ਕਰਨਾ ਚਾਹੁੰਦੇ ਹਾਂ, ਅਸੀਂ ਐਦਾਂ ਕਰਨਾ ਚਾਹੁੰਦੇ ਹਾਂ। ਕਿ ਪਾਰਟਿਸਿਪੇਸ਼ਨ ਮੈਨੂੰ ਲੇਡੀਜ਼ ਦੇ ਇਸ 'ਚ ਕਾਫੀ ਮਿਲ ਰਹੀ ਹੈ। ਕਿਸਾਨ ਮੋਰਚਾ ਦੇ ਵਿੱਚ ਤਾਂ ਇੰਡੀਡ ਬਹੁਤ ਵੱਡੀ ਪਾਰਟੀਸ਼ਨ ਸੀ, ਪਰ ਸੰਯੁਕਤ ਸਮਾਜ ਮੋਰਚਾ ਨੇ ਹਜੇ ਤੱਕ ਕੋਈ ਵਿਮਨ ਵਿੰਗ ਵੀ ਨਹੀਂ ਬਣਾਇਆ ਜਿਹਦੇ ਨਾਲ ਉਹ ਔਰਤਾਂ ਨੂੰ ਅੱਗੇ ਲੈ ਕੇ ਆਉਣ, ਔਰਤਾਂ ਨੂੰ ਇਕਜੁੱਟ ਕਰਨ। ਇੰਨਾ ਡਿਲੇ ਕਿਉਂ? ਮੈਮ ਸਾਡੇ ਕੋਲ ਟਾਈਮ ਦੀ ਐਕਚੁਅਲੀ ਇਸ ਟਾਈਮ ਤੇ ਬਹੁਤ ਜ਼ਿਆਦਾ ਸ਼ਾਰਟੇਜ ਹੈ। ਕਾਫੀ ਲੇਟ ਇਹ ਡਿਸੀਜਨ ਹੋਇਆ ਜੋ ਚੋਣਾਂ ਲੜਨ ਵਾਲਾ। ਆਈ ਥਿੰਕ 25 ਦਸੰਬਰ ਤੋਂ ਬਾਅਦ ਹੀ ਇਹ ਜੋ ਸਟੇਟਮੈਂਟ ਆਫੀਸ਼ੀਅਲ ਆਈ ਸੀ ਕਿ ਅਸੀਂ ਚੋਣਾਂ ਕੰਟੈਸਟ ਕਰਨੀ ਹੈ। ਉਹ ਤੋਂ ਬਾਅਦ ਇਹ ਰਾਜਸੀ ਪਾਰਟੀਆਂ ਜੋ ਇਸ ਟਾਈਮ ਤੇ ਡਰ ਗਈਆਂ, ਜਦੋਂ ਇਹ ਸਟੇਟਮੈਂਟ ਆਈ ਨਾ ਸੰਯੁਕਤ ਸਮਾਜ ਮੋਰਚਾ ਤੋਂ ਡਰ ਗਈਆਂ। ਹਾਂ, ਤਾਂ ਇੱਕ ਤਾਂ ਸਮੇਂ ਦੀ ਘਾਟ ਹੋਣ ਕਰਕੇ ਉਹ ਤੋਂ ਬਾਅਦ ਇਹ ਚੋਣ ਜੋ ਸਿੰਬਲ ਦਾ ਜਾਂ ਪਾਰਟੀ ਰਜਿਸਟਰ ਕਰਵਾਉਣੀ ਸੀ ਉਹਦੇ ਵਿੱਚ ਸਾਰੇ ਲੱਗੇ ਹੋਏ ਨੇ। ਮੈਨੂੰ ਇਸ ਤੇ ਪੂਰੇ, ਕਿਉਂਕਿ ਮੈਂ ਉਹਦੇ ਵਿੱਚ ਹੁਣ ਵਿਚਰ ਰਹੀ ਹੈ, ਤਾਂ ਮੈਨੂੰ ਪਤਾ ਹੈ ਕਿ ਇਹ ਸਭ ਚੀਜ਼ਾਂ ਅਸੀਂ ਐਡਰੈਸ ਕਰਨੀਆਂ, ਕਿਉਂਕਿ ਅਸੀਂ ਪੋਲਿਟਿਕਸ ਕਰਨ ਨਹੀਂ ਆਏ, ਅਸੀਂ ਐਕਟਿਵ ਪੋਲਿਟਿਕਸ ਚੇਂਜ ਕਰਨ ਆਏ ਹਾਂ। ਜੋ ਪ੍ਰੋਬਲਮ ਸੀ ਪੋਲਿਟਿਕਸ ਦੀਆਂ ਉਹ ਐਡਰੈਸ ਕਰਨਾ ਹੈ। ਇਹ ਸਾਡੀ ਚੋਣ ਮਨੋਰਥ ਜੋ ਮੈਨੀਫੈਸਟੋ ਹੈ ਉਹਦੇ ਵਿੱਚ ਆਉਣਗੀਆਂ ਸਾਰੀਆਂ ਇਹ ਗੱਲਾਂ, ਕਿ ਅਸੀਂ ਵੂਮਨਸ ਦੀ ਸਪੈਸ਼ਲ ਪਾਰਟਿਸਿਪੇਸ਼ਨ ਫॉर ਸੋਸਾਇਟੀ, ਬਿਕੋਜ਼ ਇੱਕ ਲੇਡੀ ਹੈ ਜੋ ਉਹ ਇੱਕ ਰਿਸਪੌਂਸਿਬਿਲਿਟੀ ਦੇ ਨਾਲ ਇੱਕ ਸੇਧ ਵੀ ਦਿੰਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ 40 ਮੁਕਤੀਆਂ ਦੀ ਫਾਈਟ ਹੋਈ ਸੀ, ਉਹ 'ਚ ਮਾਈ ਭਾਗੋ ਨੇ ਲੀਡ ਕੀਤਾ। ਤਾਂ ਐਵਰੀ ਲੇਡੀ ਸ਼ੁੱਡ ਡਿਸਕਵਰ ਦਾ ਮਾਈ ਭਾਗੋ ਵਿਦਿਨ, so that she can lead this patriarchal society and she can show the change. ਐਂਡ ਉਹ ਪੈਟਰੀਆਰਕਲ ਸੋਸਾਇਟੀ ਨੂੰ ਆਪਣੇ ਪਿੰਡ ਚੋਂ ਛੋਟੇ ਸਮਾਜ ਦੇ ਛੋਟੇ ਢਾਂਚੇ ਚੋਂ ਨਿਕਲ ਕੇ ਵੱਡੇ ਲੈਵਲ ਤੇ ਆਏਗੀ ਤਾਂ ਅੱਗੇ ਵੀ ਉਹਨੂੰ ਪੈਟਰੀਆਰਕੀ ਮਿਲ ਰਹੀ ਹੈ। ਵਿਧਾਨ ਸਭਾ ਦੇ ਵਿੱਚ ਵੀ ਸਾਰੇ men and men, it's men's world. I do agree on that, it's men's world, but change begins from a step and it will happen in future. ਕੀ ਐਫਰਟਸ ਮੈਂ ਉਮੀਦ ਕਰਾਂ ਤੁਹਾਡੇ ਤੋਂ, ਅਸੀਂ ਕੀ ਐਫਰਟਸ ਕਰੀਏ ਕਿ ਤੁਸੀਂ ਇਲੈਕਸ਼ਨਸ ਤੋਂ ਬਾਅਦ ਜਿੱਤ ਹਾਰ ਮੈਟਰ ਨਹੀਂ ਕਰਦੀ, ਆਲ ਦਾ ਵੈਰੀ ਬੈਸਟ। ਮੈਂ ਚਾਹੁੰਦੀ ਤੁਸੀਂ ਜਿੱਤ ਕੇ ਵਿਧਾਨ ਸਭਾ 'ਚ ਜਾਓ, ਉੱਥੇ ਐਡਰੈਸ ਕਰੋ, ਪਰ ਤੁਸੀਂ ਕੀ ਔਰਤਾਂ ਦੇ ਮੁੱਦੇ ਨੂੰ, ਜਦੋਂ ਇੱਕ ਔਰਤ ਇੰਪਾਵਰ ਹੁੰਦੀ ਹੈ ਤਾਂ ਮੈਨੂੰ ਲੱਗਦਾ ਉਹਨੂੰ ਆਪਣੇ ਨਾਲ ਘੱਟੋ ਘੱਟ 1000 ਔਰਤਾਂ ਨੂੰ ਇੰਪਾਵਰ ਕਰਨਾ ਚਾਹੀਦਾ ਹੈ। ਕੀ ਉਮੀਦ ਰੱਖੀ? देखो मैं अपनी जॉब क्विट करके इसीलिए आई है क्योंकि मैं देख लिया सी कि मैं इस तो बाद जॉब नहीं कर रही, whether I win whether I lose, मैं की करना है दैट ऑलरेडी मैं सेट कर चुकी है। एक सोसाइटी ਨੂੰ चेंज ਦੀ ਜ਼ਰੂਰਤ ਹੈ, ਉਹ ਚਾਹੇ ਮੈਂ ਜਿੱਤ ਕੇ ਕਰਾਂ ਜਾਂ ਮੈਂ ਜਿੱਤਣ ਤੋਂ ਬਿਨਾਂ ਕਰਾਂ, ਅਸੀਂ ਉਸ ਤੇ ਕੰਮ ਕਰਨਾ ਹੀ ਕਰਨਾ ਹੈ। ਦੇਖੋ ਡਾਕਟਰ ਸਵਾਈਮਾਨ ਕਿੰਨੇ 1.5 ਸਾਲ ਤੋਂ ਉਹ ਆਪਣੀ ਫੈਮਿਲੀ, ਆਪਣਾ ਇੱਕ ਅਮਰੀਕਾ ਦਾ ਐਸ਼ੋ ਆਰਾਮ ਵਾਲੀ ਜ਼ਿੰਦਗੀ ਉਹ ਛੱਡ ਕੇ ਬੈਠੇ ਹੈ, ਬਿਕੋਜ਼ ਮਨ ਦੇ ਵਿੱਚ ਇੱਕ ਦਰਦ ਹੈ, ਪੰਜਾਬ ਬਚਾਉਣ ਦਾ ਦਰਦ ਹੈ, ਜੋ ਪੰਜਾਬ ਇਸ ਟਾਈਮ 'ਤੇ ਇੰਨੇ ਗੰਭੀਰ ਸੰਕਟ ਦੇ ਵਿੱਚ ਲੰਘ ਰਿਹਾ। ਉਹਦੇ ਵਿੱਚ ਸਾਡੇ ਕੁਝ ਮੁੱਦੇ ਹੈ ਜੋ ਇਹ ਸਾਰੇ ਅਸੀਂ ਅੱਗੇ ਲੈ ਕੇ ਜਾਵਾਂਗੇ। ਉਸ ਲੇਡੀਜ਼ ਦੀ ਪਾਰਟਿਸਿਪੇਸ਼ਨ ਮਸਟ ਹੈ। ਇਹ ਮੁੱਦਾ ਮੇਰੇ ਮਤਲਬ ਪੂਰੀ ਤਰਜੀਹ ਤੇ ਹੈ। ਰਾਈਟ, ਤੁਹਾਨੂੰ ਇੱਕ ਪਾਸੇ ਮੈਂ ਪਹਿਲਾਂ ਗੱਲ ਕਰ ਚੁੱਕੀ, ਬਹੁਤ ਵੱਡੇ ਕੈਂਡੀਡੇਟਸ ਹੈ, ਔਰ ਇਹ ਕੈਂਡੀਡੇਟਸ ਕੋਈ ਨਵੇਂ ਨਹੀਂ ਆਏ, ਸ਼ੁਰੂ ਤੋਂ ਉਹਨਾਂ ਦਾ ਇੱਕ ਬਹੁਤ ਵੱਡਾ ਪਿੰਡਾਂ ਦੇ ਲੈਵਲ ਤੇ, ਬਲਾਕ ਐਮਸੀ ਲੈਵਲ ਤੇ ਢਾਂਚਾ ਬਣਿਆ ਹੋਇਆ, ਇਨਫਰਾਸਟ੍ਰਕਚਰ ਇਹਨਾਂ ਦਾ ਤਿਆਰ ਹੈ। देयर आर people who are Congressy, there are people who are Akalis, and few are ਆਮ ਆਦਮੀ ਪਾਰਟੀ। ਤੁਹਾਨੂੰ ਕਿਵੇਂ ਡੀਲ ਕਰਦੇ ਫਿਰ, ਕਿਵੇਂ ਤੁਹਾਡੇ ਨਾਲ, ਹਾਊ ਦੇ ਆਰ ਅਸੈਪਟੇਬਲ ਟੂ ਚੇਂਜ? ਆਲ ਰਾਈਟ, ਇਹਨਾਂ ਨੂੰ ਮੌਕਾ ਦਿੰਦੇ ਆ, ਲੋਕਾਂ ਦੀ ਗੱਲ ਕਰਨਾ। ਹਾਂਜੀ, ਉਹਨਾਂ ਦਾ ਨਜ਼ਰੀਆ ਕੀ ਹੈ ਤੁਹਾਡੇ ਵੱਲ? ਮੈਂ ਖੁਦ ਬਾਰ-ਬਾਰ ਬੋਲਦੀ ਹਾਂ ਜਿੱਥੇ ਵੀ ਜਾਂਦੀ ਹਾਂ, ਸਾਡੇ ਕੋਲ ਕੋਈ ਸਟਰਕਚਰ ਨਹੀਂ ਹੈ, ਸਾਡੀ ਕੋਈ ਬਹੁਤ ਵੱਡੀ ਪਾਰਟੀ ਨਹੀਂ ਹੈ, ਸਾਨੂੰ ਪੈਸੇ ਦੀ ਸਪੋਰਟ ਨਹੀਂ ਹੈ ਹਲੇ, ਮਸਲ ਐਂਡ ਮਨੀ ਤੇ ਅਸੀਂ ਵੀਕ ਹੈ, ਬਟ ਸਾਡੇ ਕੋਲ ਲੋਕਾਂ ਦੀ ਪਾਵਰ ਹੈ, ਵੀ ਹੈਵ ਮੈਨ ਪਾਵਰ। ਲੋਕ ਇਸ ਟਾਈਮ ਤੇ ਇਹ ਸਭ ਗੱਲਾਂ ਸਮਝ ਚੁੱਕੇ ਨੇ
ਇਹਨਾਂ ਪਾਰਟੀਆਂ ਦੇ 75 ਸਾਲਾਂ ਤੋਂ ਦੇਖ ਲਿਆ ਉਹਨਾਂ ਲੋਕਾਂ ਨੇ ਕਿ ਸਾਨੂੰ ਕੁਝ ਨਹੀਂ ਮਿਲਿਆ, ਹੈ ਨਾ। ਆਮ ਆਦਮੀ ਪਾਰਟੀ ਵੀ ਨਵੀਂ ਨਹੀਂ ਹੈ, ਆਮ ਆਦਮੀ ਪਾਰਟੀ ਤੀਸਰੀ ਇਲੈਕਸ਼ਨ ਫਾਈਟ ਕਰ ਰਹੀ ਹੈ, ਉਹਨਾਂ ਕੋਲ ਵੀ ਇੱਕ ਸਟਰਕਚਰ ਹੈ। ਨਹੀਂ, ਮੈਂ ਉਹੀ ਦੱਸ ਰਹੀ ਜਿਸ ਪਿੰਡ ਦੇ ਵਿੱਚ ਜਦ ਮੈਂ ਗਈ ਤਾਂ ਲੋਕ ਆਪਣਾ ਕਹਿੰਦੇ ਸਭ ਮੇਰੇ ਸਿਰ ਵੱਟ ਕੇ ਲੈ ਜਾ। ਵੋਟ ਤਾਂ ਬਹੁਤ ਛੋਟੀ ਦੀ ਗੱਲ ਹੈ, ਮਤਲਬ ਇੰਨਾ ਪਿਆਰ ਔਰ ਇੰਨੀ ਸਪੋਰਟ ਲੋਕਾਂ ਦੀ ਮਿਲ ਰਹੀ ਹੈ, ਮੈਨੂੰ ਇਹ ਬਹੁਤ ਈਜ਼ੀ ਫਾਈਟ ਲੱਗ ਰਹੀ ਹੈ ਕਿਉਂਕਿ ਉਹਨਾਂ ਨੇ ਯੂਜ਼ ਕੀਤਾ ਲੋਕਾਂ ਨੂੰ ਹਲੇ ਤੱਕ। ਮੈਂ ਤਾਂ ਮੈਨੂੰ ਲੱਗ ਰਿਹਾ ਕਿ ਉਹ ਇਸ ਟਾਈਮ ਤੇ ਪੀਪਲ ਆਰ ਅਵੇਅਰ, ਲੋਕ ਡਰ ਨਹੀਂ ਰਹੇ, ਲੋਕਾਂ ਨੂੰ ਪਤਾ ਕਿ ਮੇਰੀ ਵੋਟ ਦੀ ਪਾਵਰ ਹੈ, ਸੱਚੀ ਪਤਾ ਉਹਨਾਂ ਨੂੰ। ਇਹ ਕਿਸਾਨ ਮੋਰਚੇ ਤੋਂ ਬਾਅਦ ਮੈਨੂੰ ਲੱਗਦਾ ਜ਼ਿਆਦਾ ਵਧਿਆ, ਪਹਿਲਾਂ ਨਹੀਂ ਸੀ, ਹੈ ਨਾ। ਹਾਂ, ਇਸ ਵਾਰ ਲੋਕ ਇਹ ਪੋਲਿਟਿਕਸ ਦੇ ਵਿੱਚ ਨਾ ਜਦੋਂ ਚੋਣ ਨਤੀਜੇ ਆਉਣਗੇ ਬਹੁਤ ਸਾਰੇ ਫਰਕ ਦਿਖੇਗਾ, ਹੈ ਨਾ। ਸ਼ੌਕਿੰਗ ਫਰਕ ਵੀ ਨਹੀਂ ਹੋ ਸੇ, ਇਟ ਵਿਲ ਬੀ ਸ਼ੌਕਿੰਗ ਕਿ ਬਾਕੀ ਹਲਕਿਆਂ ਦੇ ਵਿੱਚ ਵੀ ਕਿਉਂਕਿ ਹਜੇ ਤੱਕ ਤਾਂ ਵੱਡੇ ਲੈਵਲ ਤੇ ਸੰਯੁਕਤ ਸਮਾਜ ਮੋਰਚਾ ਨੂੰ ਕੋਈ ਸਮਝ ਹੀ ਨਹੀਂ ਰਹੇ ਹੈਗੇ। ਵੱਡੇ ਜਿਹੜੇ ਆਪਾਂ ਕਹਿ ਲਈਏ ਮੀਡੀਆ ਹਾਊਸਿਸ ਆ, ਉਹ ਤਾਂ ਕੀ ਉਹਨਾਂ ਦੇ ਪਿੱਛੇ ਆ, ਉਹਨਾਂ ਨੇ ਤਾਂ ਕੁਝ ਪਾਰਟਿਕੂਲਰ ਚਿਹਰੇ ਸਿਲੈਕਟ ਕੀਤੇ ਹੋਏ ਆ, ਪੰਜਾਬ ਦੇ 10-12 ਵੱਡੇ ਮੰਤਰੀ, ਵੱਡੇ ਵਿਧਾਇਕ। ਉਹ ਸਭ ਪੇਡ ਮੀਡੀਆ ਜੋ ਹੈ ਉਹ ਤਾਂ ਪਤਾ ਹੀ ਹੈ, ਸਾਰੇ ਅਸੀਂ ਉੱਥੇ ਵੀ ਬੋਲਦੇ ਰਹੇ ਹਾਂ ਔਰ ਇਹ ਸਭ ਲੋਕਾਂ ਨੂੰ ਪਤਾ ਹੀ ਹੈ ਕਿ ਗੋਦੀ ਮੀਡੀਆ ਹੈ ਉਹ ਫੇਵਰਿਜ਼ਮ ਕਰਦਾ ਹੈ, ਉਹ ਕਰਦੇ ਰਹੇ, ਬਟ ਲੋਕ ਤਾਂ ਉਹਨਾਂ ਨੂੰ ਵੜਨ ਵੀ ਨਹੀਂ ਸੀ ਦਿੰਦੇ, ਉੱਥੇ ਮੋਰਚੇ 'ਚ ਵੀ ਨਹੀਂ ਸੀ ਵੜਨ ਦਿੰਦੇ, ਹੈ ਨਾ। ਤਾਂ ਆਈ ਥਿੰਕ ਪੰਜਾਬ ਦਾ ਮੀਡੀਆ ਵੀ ਹੁਣ ਗੋਦੀ ਮੀਡੀਆ ਨਾਲੋਂ ਘੱਟ ਨਹੀਂ ਹੈ। ਮੀਡੀਆ ਦੀ ਸਪੋਰਟ ਕਿਸਾਨ ਅੰਦੋਲਨ ਨੂੰ ਰਹੀ ਹੈ, ਪਰ ਹੁਣ ਕਿਸਾਨਾਂ ਦੀ ਪਾਰਟੀ ਨੂੰ ਕਿਉਂ ਨਹੀਂ ਆ ਰਹੀ? ਉਹ ਇਸ ਮੈਮ ਉਹ ਯੂਨੀਅਨ ਲੈਵਲ ਤੇ ਵੀ ਔਰ ਸਟੇਟ ਲੈਵਲ ਤੇ ਵੀ ਇਟ ਇਜ਼ ਆਲ ਮੈਸਡ ਅਪ, ਇਟਸ ਆਲ ਮੈਸਡ ਅਪ। ਮੀਡੀਆ ਨੂੰ ਵੀ ਮੈਂ ਅਵੇਅਰ ਹੋਣ ਦੀ ਲੋੜ ਹੈ ਨਾ। ਮੀਡੀਆ ਇਜ਼ ਫੋਰਥ ਪਿਲਰ ਆਫ ਡੈਮੋਕ੍ਰੇਸੀ। ਵੈਸੇ ਹੈ ਨਹੀਂ ਤੁਹਾਡੇ ਕੋਲ ਅਸੀਂ ਦੇਣੇ ਵੀ ਨਹੀਂ, ਅਸੀਂ ਕਿਸੇ ਨੂੰ ਨਹੀਂ ਦੇਣੇ, ਅਸੀਂ ਤਾਂ ਆਪਣੇ ਲੋਕਾਂ ਦੇ ਪਿਆਰ ਔਰ ਲੋਕਾਂ ਦੀ ਸਪੋਰਟ ਨਾਲ ਲੜਨਾ। ਬੱਸੀ ਪਠਾਣਾ ਹਲਕੇ ਦੇ ਵਿੱਚ ਔਰਤਾਂ ਦੀ ਸਥਿਤੀ ਕਿੱਦਾਂ ਹੈ? ਅਗਰ ਤੁਸੀਂ ਆਪਣੇ ਚੰਡੀਗੜ੍ਹ ਦੇ ਨਾਲ ਜਿੱਥੇ ਤੁਸੀਂ ਪੜ੍ਹੇ ਆ, ਮੇਰਠ 'ਚ ਤੁਸੀਂ ਪੜ੍ਹੇ, ਉਹਨਾਂ ਨਾਲ ਕੰਪੈਰੀਟਿਵਲੀ ਦੇਖੋ ਤਾਂ I don't feel it satisfactory। ਮੈਂ ਤੁਹਾਨੂੰ ਦੱਸ ਰਹੀ ਹਾਂ ਬਹੁਤ ਸਾਰੀਆਂ ਲੇਡੀਜ਼ ਮੈਨੂੰ ਆ ਕੇ ਮਿਲੀਆਂ, ਤਾਂ ਹੀ ਮੈਨੂੰ ਇਹ ਪਤਾ ਚੱਲਿਆ ਕਿ ਇੱਥੇ PHC ਦੇ ਵਿੱਚ ਦੇ ਨੀਡ ਅ ਗਾਇਨੇਕੋਲੋਜਿਸਟ। ਅਸੀਂ ਜੱਚਾ ਬੱਚਾ ਦੀ ਗੱਲ ਕਰਦੇ ਹਾਂ, ਹੈ ਨਾ, ਪਹਿਲਾਂ ਇੱਕ ਮੈਂਸਟਰਲ ਹਾਈਜੀਨ ਦੀ ਗੱਲ ਕਰਦੇ ਹਾਂ ਔਰ ਬ੍ਰੈਸਟ ਫੀਡਿੰਗ, ਕੈਂਸਰ, ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਦੀ ਗੱਲ ਕਰਦੇ ਹਾਂ। ਮੈਂ ਐਕਚੁਅਲੀ ਪੇਪਰ ਪ੍ਰੈਜ਼ੈਂਟ ਕੀਤਾ ਸੀ ਆਪਣਾ ਰੋਲ ਆਫ ਆਯੁਰਵੇਦਾ ਇਨ ਓਬਸ ਐਂਡ ਗਾਇਨੇਕੋਲੋਜੀ PGI ਦੇ ਵਿੱਚ। ਉਹ ਤੋਂ ਬਾਅਦ ਮੈਂ ਪੇਪਰ ਪ੍ਰੈਜ਼ੈਂਟ ਕੀਤਾ ਸੀ ਲਾਈਫਸਟਾਈਲ ਡਿਸਆਰਡਰਸ ਦਾ ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ। ਤਾਂ ਇਹ ਸਭ ਚੀਜ਼ਾਂ ਹੈ ਜੋ ਇਸ ਟਾਈਮ ਤੇ ਬੁਨਿਆਦੀ ਜ਼ਰੂਰਤਾਂ ਨੇ। ਮੈਨੂੰ ਲੇਡੀਜ਼ ਨੇ ਆ ਕੇ ਬੋਲਿਆ ਕਿ ਮੈਮ ਸਾਨੂੰ ਤਾਂ ਇੱਥੇ ਇੱਕ ਡਾਕਟਰ ਵੀ ਅਵੇਲੇਬਲ ਨਹੀਂ ਹੈ, ਐਂਡ ਲੇਡੀਜ਼ ਨੂੰ ਜਦੋਂ ਪ੍ਰੈਗਨੈਂਸੀ ਹੈ ਉਹਦੇ ਵਿੱਚ ਟਰੈਵਲ ਕਰਨਾ, ਇਟ ਇਜ਼ ਅ ਬਿਗ ਜਾਣਾ ਪੈਂਦਾ ਹੈ ਨਾ। ਅਦਰਵਾਈਜ਼ ਫਿਰ ਤੁਹਾਡੇ ਇੱਥੇ CHC ਦਾ ਕੰਮ ਕੀ ਹੋਇਆ? ਤਾਂ ਜਿਵੇਂ ਬੇਸਿਕ ਚੀਜ਼ਾਂ ਜੋ ਮੇਨ ਪ੍ਰੋਬਲਮਸ ਹੈ ਉਹਨਾਂ ਨੂੰ ਹੀ ਨਹੀਂ ਐਡਰੈਸ ਕਰ ਰਹੇ। ਤਾਂ ਮੈਂ ਕਹੂੰਗੀ ਕਾਫੀ ਵੱਡਾ ਹਜੂਮ ਇਕੱਠਾ ਕੀਤਾ ਸੀ, ਨਵਜੋਤ ਸਿੰਘ ਸਿੱਧੂ ਆਏ ਸੀ, ਤੁਹਾਡੇ ਲੋਕਲ ਵਿਧਾਇਕ ਸੀ ਇੱਥੋਂ ਦੇ, ਕਾਫੀ ਵੱਡੀ ਰੈਲੀ ਇਕੱਠੀ ਕੀਤੀ ਹੋਈ ਸੀ ਐਂਡ ਕਾਫੀ ਬੜਾ ਮਾਰਕੀਟ ਹੈ ਮਸਲ ਐਂਡ ਮਨੀ ਤੇ ਦੇ ਕੈਨ ਡੂ ਇਟ। ਉਹਨਾਂ ਨੇ ਕੀਤਾ ਹੀ ਹੈ ਐਕਚੁਅਲੀ, ਅੱਜ ਤੱਕ ਮੁੱਦੇ ਐਡਰੈਸ ਨਹੀਂ ਕੀਤੇ। ਜੋ ਕੰਮ ਸਟਰਕਚਰਲ ਚੇਂਜ ਦਾ ਜੋ ਮੇਨ ਸਾਡੀਆਂ ਲੋੜਾਂ ਨੇ ਉਹ ਐਡਰੈਸ ਨਹੀਂ ਕੀਤਾ, ਬੜਕੇ ਹੀ ਮਾਰੀਆਂ ਨੇ। ਔਰ ਲੋਕਾਂ ਨੂੰ ਡਰ ਲੱਗਦਾ ਤੁਹਾਨੂੰ ਕਿ ਨਹੀਂ ਲੱਗਦਾ? ਬਿਲਕੁਲ ਡਰ ਨਹੀਂ ਲੱਗਦਾ। ਆਈ ਐਮ ਵੈਰੀ ਵੈਰੀ ਕੌਨਫੀਡੈਂਟ ਬਿਕੋਜ਼ ਇਟ ਇਜ਼ ਵੈਰੀ ਈਜ਼ੀ ਔਰਤ ਨੂੰ ਟਾਰਗੇਟ ਕਰਨਾ, ਬਹੁਤ ਆਸਾਨ ਹੈ। ਮੈਂ ਜਾਣਦੀ ਹਾਂ, ਆਪਾਂ ਜਾਣਦੇ, ਚਾਹੇ ਆਪਾਂ ਕਿੰਨੀਆਂ ਪੜ੍ਹੀਆਂ ਲਿਖੀਆਂ ਆ, ਕਿੱਥੋਂ ਤੱਕ ਗਈਆਂ ਹੋਈਆਂ, ਪਰ ਔਰਤ ਨੂੰ ਟਾਰਗੇਟ ਕਰਨਾ ਬਹੁਤ ਈਜ਼ੀ ਹੈ, ਸਮਾਜ ਕਰ ਲੈਂਦਾ ਹੈ। ਨਹੀਂ, ਮੈਨੂੰ ਕੋਈ ਡਰ ਨਹੀਂ ਇਸ ਗੱਲ ਦਾ। ਅਸੀਂ ਮੁੱਦਿਆਂ ਦੀ ਰਾਜਨੀਤੀ ਕਰਨੀ ਆ। ਅਸੀਂ ਉਸ ਸਾਡਾ ਟੀਚਰਸ ਆਈ ਹੈਵ ਮਤਲਬ ਵਿਜ਼ਨ, ਮੇਰਾ ਟੀਚਰ ਕਲੀਅਰ ਹੈ। ਮੈਂ ਕੋਈ ਇਹਨਾਂ ਨੇ ਬਿਆਨ ਦੇਣੇ, ਅਸੀਂ ਕਿਸੇ ਤੇ ਕੀਚੜ ਉਛਾਲਣਾ ਨਹੀਂ, ਉਹ ਕੋਈ ਬੋਲਣ, ਮੈਨੂੰ ਉਸ ਤੇ ਫਰਕ ਨਹੀਂ ਪੈਂਦਾ। ਆਈ ਹੈਵ ਅ ਕਲੀਅਰ ਵਿਜ਼ਨ, ਮੈਨੂੰ ਉਸ ਆਪਣੇ ਮੁੱਦਿਆਂ ਤੇ ਹੀ ਕੰਮ ਕਰਨਾ ਹੈ। ਮੈਂ ਕੋਈ ਰਿਵਾਇਤੀ ਪੋਲਿਟਿਕਸ ਕਰਨ ਆਈ ਨਹੀਂ, ਤਾਂ ਮੈਨੂੰ ਡਰ ਕਿਸ ਚੀਜ਼ ਦਾ ਡਰ? ਸੂਰਜ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੀ, ਅਸੀਂ ਤਾਂ ਲੋਕਾਂ ਲਈ ਲੜਨ ਆਏ ਹਾਂ ਔਰ ਅਸੀਂ ਵਿਲ ਨਾਟ ਰਨ ਅਵੇ। ਰਾਈਟ, ਤੁਸੀਂ ਇੱਕ ਵਾਰੀ ਮੈਨੂੰ ਥੋੜਾ ਜਿਹਾ ਆਪਣੀ ਇੰਟਰੋਡਕਸ਼ਨ ਇਨਟੂ ਪੋਲਿਟਿਕਸ ਦੇ ਵਿੱਚ ਲੈ ਕੇ ਚੱਲੋ ਕਿ ਇਹ ਕਿੱਥੋਂ ਹੋਈ ਤੁਹਾਡੀ? ਯੂ ਆਰ ਫਰਮ ਸਟੂਡੈਂਟ ਪੋਲਿਟਿਕਸ, ਜਿੰਨਾ ਕਿ ਮੈਨੂੰ ਪਤਾ ਲੱਗਿਆ ਸੋ ਫਾਰ। ਸਟੂਡੈਂਟ ਪੋਲਿਟਿਕਸ ਐਕਚੁਅਲੀ ਮੁੱਦੇ ਜਿੱਥੇ ਵੀ ਹੋਣ, ਆਵਾਜ਼ ਹਰ ਜਗ੍ਹਾ ਉਠਾਉਣੀ ਚਾਹੀਦੀ ਹੈ ਇਨਜਸਟਿਸ ਦੇ ਖਿਲਾਫ। ਸਟੂਡੈਂਟ ਲਾਈਫ ਦੇ ਵਿੱਚ ਜਦੋਂ ਮੈਂ ਆਪਣੀ ਕਾਲਜ ਲਾਈਫ ਦੇ ਵਿੱਚ ਮੈਂ ਧਨਵੰਤਰੀ ਆਯੁਰਵੈਦਿਕ ਕਾਲਜ ਜੋ ਕਿ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਹੈ 46 ਦੇ ਵਿੱਚ, ਉੱਥੇ ਮੈਂ ਐਡਮਿਸ਼ਨ ਲਿੱਤੀ ਆਪਣੀ ਮੈਡੀਕਲ ਦੀ ਫੀਲਡ ਦੇ ਵਿੱਚ। ਤਾਂ ਉੱਥੇ ਜੋ ਸਾਡਾ ਕਾਲਜ ਸੀ ਉਹ ਮਤਲਬ ਡਬਲ ਫੀਸ ਲੈ ਰਹੇ ਸੀ ਔਰ ਆਈ ਥਿੰਕ 40,000 ਫੀਸ ਸੀ ਐਂਡ ਦੇ ਵਰ ਕੈਲਕੂਲੇਟਿੰਗ ਦੇ ਵਰ ਟੇਕਿੰਗ ਫਰਮ ਐਵਰੀ ਸਟੂਡੈਂਟ 96,000 ਸਮਥਿੰਗ। ਤਾਂ ਉਹ ਫੀਸ ਦੀ ਜੋ स्लिप है वो नहीं दे रहे थे। तो हाँ, मैं स्लिप हम 40 की देंगे बट पैसे हम इतने लेंगे।
तो तब मतलब उਦੋਂ ਹੀ ਸ਼ੁਰੂ ਹੋ ਗਿਆ ਇਹ ਕਿ ਨਹੀਂ ਜਾਂ ਤਾਂ ਤੁਸੀਂ ਪਰਚੀ ਦਿਓ ਪੂਰੀ ਜਾਂ ਫਿਰ ਮੈਂ ਆਈ ਨਾਟ ਪੇ। ਤਾਂ ਉਦੋਂ ਫਿਰ ਅਸੀਂ ਫਾਈਟ ਕੀਤਾ। ਐਕਚੁਅਲੀ ਉਦੋਂ ਵੀ ਦੇਖੋ ਇੱਕ ਬੱਚਾ ਜਦੋਂ ਅੱਗੇ ਆਉਂਦਾ ਹੈ, ਮੈਂ 19-20 ਟਾਰਗੇਟ ਹੁੰਦਾ ਉਦੋਂ ਹਾਂ 19-20 ਸਾਲਾਂ ਦੀ ਸੀ ਉਦੋਂ ਵੀ, ਤਾਂ ਉਦੋਂ भी टारगेट हुई। बाकी क्लास के बच्चे भी डर जाते हैं कि नहीं नहीं अमन हम तो पे कर सकते हैं, ऐसे नहीं करना है। ਤਾਂ ਬਹੁਤ ਬੱਚਿਆਂ ਨੇ ਕਰ ਵੀ ਦਿੱਤਾ। ਤਾਂ ਉਦੋਂ ਫਾਈਟ ਕੀਤਾ, ਉਦੋਂ ਮਜੀਠੀਆ ਕਮੇਟੀ ਬਣੀ। ਤਾਂ ਸਾਰੇ ਇਕੱਲੀ ਸਭ ਮੇਰੇ ਮਤਲਬ ਪ੍ਰੋਫ ਦੀ ਨਹੀਂ, ਬਾਕੀ ਜਿੰਨੇ ਨੀਚੇ ਦੇ ਵੀ ਸੀਗੇ ਸਾਰਿਆਂ ਦੀ ਇੱਕ ਫਿਕਸ ਹੋ ਗਿਆ ਨਹੀਂ ਇੰਨੀ ਹੀ ਪੇ ਕਰਨੀ ਹੈ। ਤਾਂ ਕਾਲਜ ਉਸ ਟਾਈਮ ਤੋਂ ਹੀ ਮੈਨੂੰ ਉਸੂ ਨੇ ਅੱਛਾ ਪੁਸੂ ਦੇ ਵਿੱਚ ਤੁਸੀਂ ਰਹੇ ਆ। ਉਸੂ ਪਾਰਟੀ ਨੇ ਖੁਦ ਹੀ ਆ ਕੇ ਮੈਨੂੰ ਨੋਮੀਨੇਟ ਕਰਤਾ ਸੀ ਉੱਥੇ ਕਿ ਸ਼ੀ ਵਿਲ ਬੀ ਦ ਪ੍ਰੈਜ਼ੀਡੈਂਟ ਆਫ ਧਨਵੰਤਰੀ ਆਯੁਰਵੈਦਿਕ ਕਾਲਜ। ਵਿਦਆਊਟ ਇਲੈਕਸ਼ਨ ਮੈਂ ਤੇ ਲਗਾਤਾਰ 5 ਸਾਲ ਉਸੂ ਪਾਰਟੀ ਤੋਂ ਪ੍ਰੈਜ਼ੀਡੈਂਟ ਰਹੀ। ਸਰਬਸੰਮਤੀ ਨਾਲ ਜੁੜੇ ਹੋਏ ਸਰਬਸੰਮਤੀ ਨਾਲ ਜੀ। ਇਟਸ ਨਾਈਸ। ਤਾਂ ਉਦੋਂ ਬਾਅਦ ਫਿਰ ਜੋ ਸਾਡੇ ਟੀਚਰ ਸੀ ਉਹਨਾਂ ਨਾਲ ਵੀ ਸੈਲਰੀ ਦੇ ਵਿੱਚ ਡਿਸਪੈਰਿਟੀ ਹੋ ਰਹੀ ਸੀ ਕਿ ਉਹਨਾਂ ਨੂੰ ਅਕੋਰਡਿੰਗ ਟੂ ਇੰਨੇ ਸਾਲ ਤੁਸੀਂ ਕਿੱਥੇ ਰਹੇ? ਉਸ ਤੋਂ ਬਾਅਦ ਤੁਸੀਂ ਕਿਸਾਨ ਮੋਰਚਾ 'ਚ ਦਿਖਿਆ, ਸਾਨੂੰ ਹੀ ਅੱਜ ਦਿਖ ਰਹੇ ਹੋ। ਉਸ ਤੋਂ ਬਾਅਦ ਮੈਂ ਐਜ਼ ਮੈਡੀਕਲ ਆਫੀਸਰ ਜੁਆਇਨ ਕੀਤਾ ਆਯੂਸ਼ ਡਿਪਾਰਟਮੈਂਟ 2009 ਦੇ ਵਿੱਚ। ਠੀਕ ਹੈ। ਤੇ ਮੈਂ ਜਨਵਰੀ 22 ਜਨਵਰੀ 2022 ਨੂੰ ਆਪਣਾ ਰੈਜ਼ਿਗਨੇਸ਼ਨ ਦੇਤਾ ਕਿਉਂਕਿ ਉਸ ਦਿਨ ਮੇਰਾ ਮੋਰਚੇ ਦੇ ਨਾਮ ਨੋਮੀਨੇਟ ਕੀਤਾ। ਤੁਸੀਂ ਜੌਬ ਛੱਡ ਕੇ ਡਾਕਟਰ ਦੀ ਜੌਬ ਛੱਡ ਕੇ ਆਏ ਆ? ਜੀ ਆਈ ਵਾਸ ਮੈਡੀਕਲ ਆਫੀਸਰ ਇਨ ਪੁਲਿਸ ਹਸਪੀਟਲ ਚੰਡੀਗੜ੍ਹ। ਤਾਂ ਮੈਂ ਉਹ ਛੱਡ ਦਿੱਤਾ ਐਂਡ ਆਈ ਐਮ ਨਾਓ ਪਾਰਟਿਸਿਪੇਟਿੰਗ। ਤੇ ਕੋਈ ਸੈਕਿੰਡ ਥਾਟਸ ਨਹੀਂ ਆਏ ਕਿ ਪੈਸਾ ਕਿੱਦਾਂ ਖੱਡਾ ਲੈਣੀਆਂ ਰੇਤ ਦੀਆਂ ਤੁਸੀਂ ਆ ਕੇ? ਕਿ ਰੇਟ ਦੇ ਖੱਡਾ ਬੰਦ ਕਰਾਉਣੀ ਹੈ ਐਕਚੁਅਲੀ ਇਹ ਥਾਟ ਸੀ। ਤਾਂ ਮੈਨੂੰ ਸੈਕਿੰਡ ਥਾਟ ਨਹੀਂ ਆਇਆ ਬਟ ਜਦੋਂ ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਜੁੜੇ ਹੁੰਦੇ ਥੋੜੀ ਅਟੈਚਮੈਂਟ ਹੁੰਦੀ ਹੈ। ਥੋੜਾ ਮੈਂ ਇਮੋਸ਼ਨਲ ਹੋਈ ਜਿਸ ਦਿਨ ਮੈਂ ਰਿਜ਼ਾਈਨ ਕੀਤਾ ਬਟ ਮੇਰਾ ਇੱਕ ਵਿਜ਼ਨ ਕਲੀਅਰ ਸੀ। ਥੋੜਾ ਟਾਈਮ ਲੱਗਿਆ ਮੈਨੂੰ, ਉਸ ਤੋਂ ਬਾਅਦ ਆਈ ਵਾਸ ਓਕੇ ਟੂ ਗੋ। ਵਿਧਾਨ ਸਭਾ 'ਚ ਜਾ ਕੇ ਸਭ ਤੋਂ ਪਹਿਲਾ ਮੁੱਦਾ ਕੀ ਚੱਕਣਾ? ਰੈਵਨਿਊ ਜਨਰੇਸ਼ਨ ਮੈਨੂੰ ਲੱਗਦਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਹੀ ਬਾਕੀ ਸਾਰੇ ਜਿਹੜੇ ਚੀਜ਼ਾਂ ਨੇ ਉਹ ਰਿਲੇਟਡ ਨੇ। ਜੇ ਰੈਵਨਿਊ ਜਨਰੇਟ ਹੋਏਗਾ ਉਸ ਤੋਂ ਬਾਅਦ ਹੀ ਬੇਰੁਜ਼ਗਾਰੀ, ਉਸ ਤੋਂ ਬਾਅਦ ਹੀ ਹੈਲਥ, ਉਸ ਦੇ ਨਾਲ ਹੀ ਐਜੂਕੇਸ਼ਨ। ਤਾਂ ਆਈ ਥਿੰਕ ਇਹ ਅਗਰ ਪੰਜਾਬ ਬਚਾਉਣਾ ਤਾਂ ਰੈਵਨਿਊ ਜਨਰੇਸ਼ਨ ਵੱਲ ਸਭ ਤੋਂ ਪਹਿਲਾਂ ਜਾਣਾ ਪਏਗਾ ਕਿ ਉਹ ਕਿੱਥੇ ਕਮੀਆਂ ਰਹਿ ਗਈਆਂ ਔਰ ਅਸੀਂ ਕੀ ਕਰਨਾ ਉਸ 'ਤੇ। ਸੰਯੁਕਤ ਸਮਾਜ ਮੋਰਚਾ ਪਾਰਟੀ ਅਗਰ ਮੰਨ ਲਓ ਕਹਿੰਦੇ ਆ ਕਿ ਤੁਹਾਨੂੰ ਕੈਂਡੀਡੇਟਸ ਨਹੀਂ ਮਿਲੀਆਂ, ਵਿਮਨ ਕੈਂਡੀਡੇਟਸ, ਕਿਉਂਕਿ ਤੁਸੀਂ ਸਭ ਤੋਂ ਨਵੀਂ ਪਾਰਟੀ ਹੈ, ਤੁਸੀਂ ਉਹ ਪਾਰਟੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਆਓ, ਐਗਜ਼ੈਕਟਲੀ ਸਾਨੂੰ ਤੁਹਾਡੀ ਲੋੜ ਹੈ, ਸਮਾਜ ਨੂੰ ਬਦਲੋ, ਪੋਲਿਟਿਕਸ ਨੂੰ ਬਦਲੋ। ਤੁਸੀਂ ਕਹਿੰਦੇ ਆ ਤੁਹਾਡੀ ਇੱਕ ਸੋਸ਼ੀਓ ਪੋਲੀਟੀਕਲ ਮੂਵਮੈਂਟ ਹੈ, ਤੁਸੀਂ ਇਹਦੇ 'ਚ ਅਗਰ ਔਰਤ ਵਿੰਗ ਨਹੀਂ ਹਜੇ ਬਣਾ ਪਾਏ, ਤੁਹਾਨੂੰ ਔਰਤਾਂ ਨਹੀਂ ਮਿਲੀਆਂ ਅੱਗੇ ਆਉਣ ਦੇ ਲਈ, ਅਗਰ ਆਪਾਂ ਰਿਜ਼ਰਵੇਸ਼ਨ ਕਰ ਦਿੰਦੇ ਕਿ ਇੰਨੇ % ਸੀਟਾਂ ਪੱਕੀਆਂ ਔਰਤਾਂ ਲਈ ਰਿਜ਼ਰਵਡ ਹੈ, ਤਾਂ ਆਪਣੇ ਆਪ ਹੀ ਔਰਤਾਂ ਨੇ ਆਉਣਾ ਸੀ। ਲੋਕ ਖੜੇ ਕਰਦੇ ਆ ਜਿੱਦਾਂ ਮਰਜ਼ੀ ਆਉਂਦੇ ਆ। ਮਤਲਬ ਇਹਦੇ 'ਚ ਮੈਂ ਇਹ ਕਹੂੰਗੀ ਕਿ ਟਾਈਮ ਸ਼ਾਰਟੇਜ ਆਫ ਟਾਈਮ ਦੇ ਕਰਕੇ ਇਹ ਇੱਦਾਂ ਇਸ ਵਾਰ ਹੋਇਆ ਹੈ ਔਰ ਜਿਵੇਂ ਜਿਵੇਂ ਅੱਗੇ ਸਾਡਾ ਪਾਰਟੀ ਪ੍ਰੋਸੀਡ ਕਰੇਗੀ ਇਹ 'ਚ ਔਰਤਾਂ ਦੀ ਸ਼ਮੂਲੀਅਤ ਹੋਣੀ ਲਾਜ਼ਮੀ ਹੈ, ਕਿਤੇ ਵੀ ਪਿੱਛੇ ਨਹੀਂ ਰਹਿਣਗੀਆਂ। ਕਿਸੇ ਨੂੰ ਹੀਰੋ ਮੰਨਦੇ ਹੋ ਪੋਲੀਟੀਕਲੀ ਆਪਣਾ? ਪੋਲੀਟੀਕਲੀ ਹੀਰੋ ਡਾਕਟਰ ਸੋਇਮਾਨ ਨੂੰ ਜਿਵੇਂ ਮੈਂ ਕੰਮ ਕਰਦੇ ਦੇਖਿਆ ਨਾ, ਪੋਲੀਟੀਕਲੀ ਮੈਂ ਦੇਖਦੀ ਕਿ ਉਹਨਾਂ ਨੇ ਇੱਕ ਸੇਵਾ ਭਾਵਨਾ ਹੈ। ਹੀ ਇਜ਼ ਮੋਰ ਲਾਈਕ ਅ ਸਮਾਜਿਕ ਲੀਡਰ। ਉਹ ਸਮਾਜ ਨੂੰ ਆਪਣੇ ਨਾਲ ਤੋੜ ਰਿਹਾ ਕਿਉਂਕਿ ਰਾਜਨੀਤੀ 'ਚ ਤਾਂ ਆਏ ਨਹੀਂ ਹੈਗੇ, ਨਾ ਉਹ ਐਮਐਲਏ ਲੱਗਦਾ ਆਣਗੇ। ਨਹੀਂ ਬਿਲਕੁਲ ਨਹੀਂ, ਉਹ ਚੇਂਜ ਕਰਨਾ ਚਾਹੁੰਦੇ ਨੇ ਔਰ ਉਹ ਇੱਕ ਆਪਣਾ ਇੱਕ ਦੇਣਾ ਚਾਹੁੰਦੇ ਨੇ ਵਿਜ਼ਨ ਕਿ ਇਸ ਵਿਜ਼ਨ ਤੇ ਕੰਮ ਕਰੋ, ਸਾਨੂੰ ਅੱਗੇ ਲੈ ਕੇ ਹੋਰ ਵੀ ਕੈਂਡੀਡੇਟਸ ਜਿਹੜੇ ਹੈਗੇ ਅੱਗੇ ਲੈ ਕੇ ਆਉਣ ਦੇ ਲਈ। ਮਤਲਬ ਇਹਨਾਂ ਦੀ ਵਿਜ਼ਨ ਹੈ ਕਿ ਕੌਣ ਕੰਮ ਕਰ ਸਕਦਾ ਹੈ। ਸੋਚ ਹੋਣੀ ਬਹੁਤ ਜ਼ਰੂਰੀ ਹੈ, ਸੋਚ ਦੇ ਨਾਲ ਹੀ ਚੇਂਜ ਹੋਏਗਾ। ਕੋਈ ਲੇਡੀ ਹੀਰੋ ਨਹੀਂ ਹੈ ਇੰਡੀਆ ਦੀ ਕਿਤੇ ਵੀ ਪਸੰਦ ਨਹੀਂ ਆਈ ਅੱਜ ਤੱਕ? ਮੈਂ ਕਿਸੇ ਦਾ ਨਾਮ ਕੋਟ ਨਹੀਂ ਕਰ ਸਕਦੀ। ਹਾਂ ਕੋਈ ਨਹੀਂ। ਆਪਣੀ ਤਰਾਸਦੀ ਇਹ ਹੈ, ਇਹ ਨਾਮ ਲੱਭਣਾ ਬਹੁਤ ਔਖਾ ਹੈ। ਕਾਰਨ ਇਹ ਹੈ ਕਿ ਜਿੰਨੀਆਂ ਵੀ ਆਪਣੇ ਕੋਲ ਪੋਲੀਟੀਕਲ ਔਰਤਾਂ ਹੈਗੀਆਂ ਨੇ ਜਾਂ ਮੋਸਟ ਆਫ ਆਪਣੇ ਕੋਲ ਰਹੀਆਂ ਨੇ, ਉਹ ਕਿਸੇ ਨਾ ਕਿਸੇ ਬਹੁਤ ਵੱਡੇ ਸਿਆਸੀ ਖਾਨਦਾਨ ਨੂੰ ਬਿਲੋਂਗ ਕਰਦੀਆਂ ਸੀ। ਸੋ ਤੁਹਾਡੀ ਦੁਬਿਧਾ ਨੂੰ ਮੈਂ ਸਮਝ ਸਕਦੀ ਹਾਂ, ਬਟ ਆਈ ਹੋਪ ਕਿ ਤੁਸੀਂ ਔਰਤਾਂ ਦੇ ਖੇਤਰ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਵਿੱਚ ਉਹਨਾਂ ਨੂੰ ਆਪਣੇ ਘਰੇਲੂ ਖੇਤਰ 'ਚੋਂ ਕੱਢ ਕੇ ਇਸ ਮਰਦ ਪ੍ਰਧਾਨ ਸਮਾਜ 'ਚ ਬਰਾਬਰਤਾ ਦੇਣ ਦੇ ਲਈ ਐਫਰਟਸ ਕੰਟੀਨਿਊ ਕਰੋਗੇ। ਮੈਂ ਇਹ ਮੁੱਦਾ ਚੁੱਕਿਆ ਵੀ ਸੀ ਜਦੋਂ ਇਹ ਸਾਡੀ ਪਾਰਟੀ ਦੇ ਸਾਰੇ ਲੀਡਰਸ ਦੀ ਹੋਈ, ਤਾਂ ਮੈਂ ਸਪੈਸ਼ਲੀ ਮੁੱਦਾ ਚੱਕਿਆ ਸੀ ਕਿ ਜੋ ਪੈਟਰੀਆਰਕੀ ਦਾ ਗਲਬਾ ਹੈ ਉਹਨੂੰ ਖਤਮ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਵੂਮਨ ਕੈਂਡੀਡੇਟਸ ਲਾਂਚ ਕੀਤੀਆਂ ਜਾਣ। ਸਾਨੂੰ ਨਹੀਂ ਮਿਲੀ ਇਸ ਟਾਈਮ ਜ਼ਿਆਦਾ ਨੋਮੀਨੇਸ਼ਨ, ਤਾਂ ਉਹ ਨਹੀਂ ਹੋ ਪਾਇਆ। ਇਹ ਮੁੱਦਾ ਮੈਂ ਪਹਿਲਾਂ ਚੱਕ ਚੁੱਕੀ ਹਾਂ ਔਰ ਆਈ ਪ੍ਰੋਮਿਸ ਕਿ ਮੈਂ ਇਹ ਮੁੱਦਾ ਹਰ ਬਾਰ ਚੱਕਾਂਗੀ ਔਰ ਮੈਂ ਆਈ ਮੇਕ ਸ਼ੋਰ ਦਿਸ
ਕਿ ਮੈਨੂੰ ਮੇਰੇ ਨਾਲ ਉਹ ਸਪੋਰਟ ਹੋਵੇ, ਹੈ ਨਾ। ਸਿਸਟਰ ਸਰਕਲ Yeah. ਹੋਣਾ ਚਾਹੀਦਾ। Yeah. ਆਈ ਆਲਵੇਸ ਥਿੰਕ ਮੈਂ ਇੱਕ ਸ਼ੋ ਵੀ ਵੈਂਸਡੇ ਨੂੰ ਹੀ ਕਰਦੀ ਹਾਂ, ਹਾਲਾਂਕਿ ਮੇਰਾ ਚੈਨਲ ਬਹੁਤ ਛੋਟਾ ਹੈ ਨਾ, ਇਹਦੀ ਰੀਚ ਬਹੁਤ ਘੱਟ ਹੈ ਬਿਕਾਜ਼ ਬੜਾ ਆਰਗੈਨਿਕ ਜਿਹਾ ਚੈਨਲ ਹੈ। ਮੈਂ ਇਹ ਕਹਿੰਦੀ ਹਾਂ ਕਿ ਔਰਤਾਂ ਇੱਕ ਕਬੀਲਾ ਹੈ। ਔਰ ਕਬੀਲਾ ਕਿਉਂ? ਕਿਉਂਕਿ ਆਪਾਂ ਮੇਨ ਸਟ੍ਰੀਮ ਸਮਾਜ ਦਾ ਹਿੱਸਾ ਨਹੀਂ ਬਣ ਪਾ ਰਹੀਆਂ। ਆਪਾਂ ਇਸ ਸਮਾਜ ਦੇ ਵਿੱਚ 50% ਹੈ, ਆਪਣੇ ਦੁੱਖ ਸਾਂਝੇ ਨੇ, ਜੋ ਮੇਰੇ ਦੁੱਖ ਨੇ ਉਹੀ ਤੁਹਾਡੇ ਨੇ, ਚਾਹੇ ਤੁਸੀਂ ਇੱਕ ਐਮਐਲਏ ਕੈਂਡੀਡੇਟ ਹੋ, ਚਾਹੇ ਮੈਂ ਕੁਝ ਵੀ ਨਹੀਂ ਹਾਂ, ਹੈ ਨਾ। ਨਹੀਂ ਸੋ ਨਹੀਂ, ਇਹ ਬਿਲਕੁਲ ਇਸੇ ਤਰ੍ਹਾਂ ਹਰ ਇੱਕ ਔਰਤ ਦੇ ਦੁੱਖ ਸਾਂਝੇ ਨੇ। ਆਪਣਾ ਜਿਸ ਤਰ੍ਹਾਂ ਦਾ ਜਿਹੜਾ ਆਪਾਂ ਨੂੰ ਟਾਰਗੇਟ ਕਰਦਾ ਉਹ ਵੀ ਸਾਂਝਾ ਹੁੰਦਾ ਹੈ, ਪਰ ਆਪਾਂ ਖਿੰਡੀਆਂ ਹੋਈਆਂ, ਆਪਾਂ ਇਕਜੁੱਟ ਨਹੀਂ ਹੋ ਪਾ ਰਹੀਆਂ। ਦਿਸ ਇਜ਼ ਮੇਨ ਪ੍ਰੋਬਲਮ। ਇਹ ਲੇਡੀਜ਼ ਨੂੰ ਵੀ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਇਸ ਟਾਈਮ ਤੇ, ਕਿ ਸਾਨੂੰ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਇਹ ਜੇ ਸਮਾਜ ਸੰਯੁਕਤ ਦੀ ਗੱਲ ਕਰਦੇ ਨਾ, ਤਾਂ ਪਹਿਲਾਂ ਲੇਡੀਜ਼ ਨੂੰ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਇਸ਼ੂਜ਼ ਜੇ ਅਸੀਂ ਇਕਜੁੱਟ ਹੋਵਾਂਗੇ ਨਾ, ਇਹ ਯੂਨਿਟੀ ਯੂਨੀਅਨ ਹੈ ਨਾ, ਜੋ ਉਹ ਬਹੁਤ ਵੱਡੇ ਹਰਾਤਾ ਨਾ ਉੱਥੇ ਮੋਦੀ ਸਰਕਾਰ ਨੂੰ, ਯੂਨਿਟੀ ਨੇ ਹਰਾਇਆ। ਤਾਂ ਸਾਨੂੰ ਲੇਡੀਜ਼ ਨੂੰ ਇੱਕ ਯੂਨੀਅਨ ਔਰ ਯੂਨਿਟੀ ਦੇ ਵਿੱਚ ਜੋ ਲੇਡੀਜ਼ ਦੇ ਮੁੱਦੇ ਹੈ ਉਹਨਾਂ ਤੇ ਇਕਜੁੱਟ ਹੋਣਾ ਬਹੁਤ ਜ਼ਿਆਦਾ ਸਮਾਜ ਦਾ ਧੁਰਾ ਨੇ ਔਰਤਾਂ, ਔਰ ਅਗਰ ਸਮਾਜ ਨੂੰ ਸੁਧਾਰਨਾ ਹੈ ਤਾਂ ਧੁਰਾ ਸੁਧਾਰੋ ਸਭ ਤੋਂ ਪਹਿਲਾਂ, ਔਰਤਾਂ ਨੂੰ ਅੱਗੇ ਨਿਕਲ ਕੇ ਆਓ। ਲਾਸਟ ਕੁਐਸਚਨ, ਆਲਮੋਸਟ ਕਾਂਗਰਸ ਪਾਰਟੀ ਨੇ यूपी ਦੇ ਵਿੱਚ 40% औरतों की रिजर्वेशन रखी है। लड़की हूँ लड़ सकती हूँ, लड़की लड़ सकती वो यूपी की लड़की है, वो लड़ सकती है, पंजाब की लड़की नहीं लड़ सकती। क्यों नहीं लड़ सकती? पंजाब की लड़की तो ज्यादा लड़ सकती। बहुत सारी लेडीज रो रहे हैं, मैं नाम नहीं कोट करना चाहती, रोज बयान आ रहे हैं मैनू नहीं मिली कांग्रेस दे विच। बिल्कुल तो है सी, दे वर हैविंग ऑप्शंस, है ना। आई शुड नॉट टेक नेम ऑफ द लेडी, ना काफी रोज ही खबरां आ रही नहीं, ले लेना चाहिए नाम भी कोई। एक्चुअली ਆਪਣੇ ਚ ਮੈਂ ਇਹ ਮੇਰੀ ਪਰਸਨਲ ਸੋਚ ਹੈ, ਤੁਸੀਂ ਹੈਗੇ ਸਿਆਸੀ, ਆਪਾਂ ਹੈਗੇ ਬਿਲਕੁਲ ਇੰਡੀਪੈਂਡੈਂਟ, ਕਿਸੇ ਦੇ ਨਾਲ ਐਡੀ ਸੋਚ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਔਰਤਾਂ ਚਾਹੇ ਕਿਸੇ ਵੀ ਪਾਰਟੀ ਦੀਆਂ ਹੋਣ, ਇਹਨਾਂ ਨੂੰ ਰਲ ਕੇ ਚੱਲਣਾ ਚਾਹੀਦਾ, ਕਿਉਂਕਿ ਤੁਸੀਂ ਅੱਗੇ ਜਾ ਰਹੇ ਹੋ, ਸਾਨੂੰ ਖੁਸ਼ੀ ਹੈ। ਅਸੀਂ ਚਾਹੁੰਦੇ ਹਾਂ ਤੁਸੀਂ ਜਿੱਤ ਕੇ ਵਿਧਾਨ ਸਭਾ ਚ ਜਾਓਗੇ ਤਾਂ ਇੱਕ ਤਰ੍ਹਾਂ ਨਾਲ ਅਸੀਂ ਹੀ ਬਾਕੀ ਔਰਤਾਂ ਜਿਹੜੀਆਂ ਵੋਟ ਪਾ ਰਹੀਆਂ ਉਹ ਵੀ ਜਿੱਤ ਕੇ ਜਾ ਰਹੀਆਂ, ਤੁਸੀਂ ਸਾਡੇ ਮੁੱਦੇ ਐਡਰੈਸ ਕਰੋਗੇ। ਰਾਈਟ, ਇਹ ਸਮਝਾਉਂਦੇ ਅਸੀਂ ਲੋਕਾਂ ਨੂੰ ਕਿ ਜਿਹਨੂੰ ਤੁਸੀਂ ਵੋਟ ਪਾ ਰਹੇ ਹੋ ਤੁਹਾਡੇ ਮੁੱਦੇ ਅੱਗੇ ਲੈ ਕੇ ਜਾ ਰਹੇ ਹੋ, ਤਾਂ ਚੂਜ਼ ਯੋਰ ਰਿਪਰੈਜ਼ੈਂਟੇਟਿਵ ਵਾਈਜ਼ਲੀ। ਡੋਰ ਟੂ ਡੋਰ ਕੈਂਪੇਨ ਕਰਨਾ ਔਖਾ ਹੈ ਕਿ ਤੁਸੀਂ ਸੋਚਿਆ ਸੀ ਜਦੋਂ ਆਉਣ ਲੱਗੇ ਸੀ ਕਿ ਅਸੀਂ ਤਾਂ ਇੱਕ ਰੈਲੀ ਕਰਾਂਗੇ ਬਹੁਤ ਵੱਡੀ, ਲੋਕਾਂ ਦਾ ਇਕੱਠ ਹੋਏਗਾ, ਫਿਰ ਬੱਬੂ ਮਾਨ ਦਾ ਗਾਣਾ ਬਾਪੂ ਕਿੱਲਾ ਗਹਿਣੇ ਧਰਦੇ ਰੈਲੀ ਕਰਵਾਉਣੀ? ਨਹੀਂ, ਇਹ ਨਹੀਂ ਸੀ ਸੋਚਿਆ। ਐਕਚੁਅਲੀ ਜੋ ਕੋਵਿਡ ਪ੍ਰੋਟੋਕੋਲ ਹੈ ਉਹ ਵੀ ਫੇਵਰੇਬਲ ਹੀ ਜਾ ਰਿਹਾ ਹੈ, ਕਿਉਂਕਿ ਸਾਡੇ ਕੋਲ ਪੈਸਾ ਹੈ। ਹੋਣਾ ਤਾਂ ਇਦਾਂ ਹੀ ਚਾਹੀਦਾ ਹੈ ਕਿ ਹਰ ਇੱਕ ਐਮਐਲਏ ਉਮੀਦਵਾਰ ਨੂੰ ਡੋਰ ਟੂ ਡੋਰ ਜਾਣਾ ਚਾਹੀਦਾ, ਅਦਰਵਾਈਜ਼ ਵੱਡੀਆਂ ਰੈਲੀਆਂ ਸਾਡੇ ਲਈ ਤਾਂ ਲਾਹੇਵੰਦ ਸਾਬਿਤ ਹੋਇਆ, ਕਿਉਂਕਿ ਅਸੀਂ ਕਰਨਾ ਹੀ ਹੈ। ਸੀ ਬਾਕੀਆਂ ਨੇ ਜ਼ਿਆਦਾ ਕਰਨਾ ਸੀ, ਤਾਂ ਉਦੋਂ ਸਾਡਾ ਹਾਈਲਾਈਟ ਹੋ ਜਾਣਾ ਸੀ ਕਿ ਇਹ ਤਾਂ ਕੁਝ ਕਰ ਹੀ ਨਹੀਂ ਰਹੇ, ਇਹ ਰੈਲੀਆਂ ਨਹੀਂ ਕਰ ਰਹੇ। ਮੈਨੂੰ ਲੱਗਦਾ ਇਹ ਸਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਸਾਬਿਤ ਹੋਇਆ। ਜਿਵੇਂ ਅਸੀਂ ਕਹਿੰਦੇ ਹਾਂ ਨਾ, ਸਾਦੇ ਕਰੋ, ਵਿਆਹ ਉਹ ਕਰੋ, ਤਾਂ ਦਿਸ ਇਜ਼ ਮੋਰ ਬੈਨੀਫੀਸ਼ੀਅਲ ਟੂ ਅਸ ਦੈਨ ਅਦਰ ਪੋਲੀਟੀਕਲ ਪਾਰਟੀਜ਼, ਬਿਕੋਜ਼ ਦੇ ਆਰ ਹੈਵਿੰਗ ਮਸਲ ਐਂਡ ਮਨੀ, ਵੀ ਆਰ ਹੈਵਿੰਗ ਪੀਪਲਸ ਪਾਵਰ। ਪੂਰੀ ਉਮੀਦ ਹੈ ਜਿੰਨਾ ਪਿਆਰ ਮਿਲ ਰਿਹਾ ਹੈ ਕਿ ਆਈ ਐਮ ਆਲਰੇਡੀ ਅ ਵਿਨਰ, ਐਂਡ ਲੋਕਾਂ ਨੂੰ ਇੱਕ ਅੱਛੀ ਰਾਜਨੀਤੀ ਜੋ ਹੈ ਉਹ ਅੱਗੇ ਦੇਖਣ ਨੂੰ ਮਿਲੇਗੀ। All the very best, Dr. Thank you Amandeep so ji. much. Thank you. ਡਟ ਕੇ ਫੈਸਲੇ ਲਓ ਤੁਸੀਂ, ਔਰ ਸਾਨੂੰ ਵੀ ਅੱਗੇ ਤੱਕ ਲੈ ਕੇ ਜਾਓ। ਸਾਨੂੰ ਦਾ ਮਤਲਬ ਹੈ ਔਰਤਾਂ ਦਾ ਜਿਹੜਾ ਖਿੰਡਿਆ ਹੋਇਆ ਕਬੀਲਾ, I really salute you ਜਿਵੇਂ ਤੁਸੀਂ ਲੇਡੀਜ਼ ਦੇ ਲਈ ਇਸ਼ੂਜ਼ ਐਡਰੈਸ ਕਰ ਰਹੇ ਹੋ। ਦਿਸ ਇਜ਼ ਨੀਡ ਆਫ ਆਵਰ, ਮਤਲਬ ਇਹ ਇਸ ਟਾਈਮ ਸਮੇਂ ਦੀ ਬਹੁਤ ਵੱਡੀ ਲੋੜ ਹੈ। ਥੈਂਕ ਯੂ ਅਮਨਦੀਪ। Okay ਜੀ, ਥੈਂਕ thank ਯੂ you ਫॉर so ਦ much. ਟਾਈਮ। ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਸੀ, ਟਾਈਮ ਦੇਣ ਲਈ ਫਿਰ ਵੀ ਧੰਨਵਾਦ ਤੁਹਾਡਾ।